ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਕਪਾਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਿੱਖ ਅਨਗਨ ਸਮੁਦਾਇ ਹਵੈ
ਕਰਤ ਸੁਧਾ ਸੁਰਕਾਰ ਪੱਕੇ ਪਜਾਵੇ ਈਂਟ ਕਾ ਆਨ ਤਾਲ ਪਰ ਡਾਰ ਸਿੱਖ ਅਨਗਨ ਸਮੁਦਾਇ ਹਵੈ ਕਰਤ ਸੁਧਾ ਸਰਕਾਰ ਪੱਕੇ ਪਜਾਵੇ ਈਂਟ ਕਾ ਆਨ ਤਾਲ ਪਰ ਡਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਾਹਰਾ ਜਹੂਰ ਦੀਨਾ ਬੰਧੂ ਭਗਤ ਵਛਲ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਨਿਹਚਲ ਚੌਰ ਛਤਰ ਤਖਤ ਕੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਮਿਹਰਾਮਤ ਸਦਕਾ ਪਿਛਲੇ ਸਮੇਂ ਤੋਂ ਪਾਵਨ ਗੁਰੂ ਦਰਬਾਰਾਂ ਅੰਦਰ ਚੱਲ ਰਹੀ ਲੜੀਵਾਰ ਰੂਪ ਅੰਦਰ ਪਵਿੱਤਰ ਗੁਰ ਇਤਿਹਾਸ ਦੀ ਕਥਾ ਨਿਤਾ ਪ੍ਰਤੀ ਹਾਜ਼ਰੀਆਂ ਭਰ ਕਰਕੇ ਆਪ ਸਾਧ ਸੰਗਤ ਸਰਵਣ ਕਰ ਰਹੇ ਹੋ। ਨਰੋਲ ਅੰਮ੍ਰਿਤ ਦੀਆਂ ਘੁੱਟਾਂ ਇਹ ਪਾਵਨ ਪਵਿੱਤਰ ਕਥਾ ਹੈ। ਕੰਨਾਂ ਰੂਪ ਡੋਨਿਆਂ ਦੇ ਨਾਲ ਸਰਵਣ ਰੂਪ ਘੁੱਟਾਂ ਭਰ ਕੇ ਇਹ ਗੁਰ ਇਤਿਹਾਸ ਰੂਪ ਅੰਮ੍ਰਿਤ ਆਪਾਂ ਛਕ ਰਹੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਪ੍ਰਸੰਗ ਚੱਲ ਰਹੇ ਹੈ, ਜਿਸ ਵਿੱਚ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਆਪਾਂ ਸਰੋਤਿਆਂ ਨੂੰ ਇਹ ਸਰਵਣ ਕਰਾ ਰਹੇ ਹੈ ਕਿ ਪਾਵਨ ਪਵਿੱਤਰ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਸੇਵਾ ਹੈ ਉਹ ਜਿਨ੍ਹਾਂ ਗੁਰਮੁਖਾਂ ਭਗਤਾਂ ਪ੍ਰੇਮੀਆਂ ਕੀਤੀ ਉਹਨਾਂ ਦੀ ਮਹਿਮਾ ਪਰੰਪਾਰ ਹੋਈ। ਜਿੱਥੇ ਮਨ ਇੱਛੀਆਂ ਕਾਮਨਾਵਾਂ ਇਤਿਆਦਿਕ ਹੋਰ ਪਦਾਰਥ ਵੀ ਪੂਰੇ ਹੁੰਦੇ ਸੰਸਾਰੀ, ਉਥੇ ਨਿਸ਼ਕਾਮੀਆਂ ਨੂੰ ਸੱਚੇ ਪਾਤਸ਼ਾਹ ਜੀ ਬ੍ਰਹਮ ਗਿਆਨ ਇਤਿਆਦਿ ਕੁਝ ਉੱਚ ਪਦਵੀਆਂ ਬਖਸ਼ ਰਹੇ ਹੈ। ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨਿਆ ਤਾ ਪਾਪ ਕਸੰਬਲ ਪੰਨੇ। ਇਸ ਤਰ੍ਹਾਂ ਦੀ ਪਵਿੱਤਰ ਸੇਵਾ ਇੱਕ ਬਠਿੰਡੇ ਨਗਰ ਤੋਂ ਇੱਕ ਵਪਾਰੀ ਗੰਗਾ ਰਾਮ ਬ੍ਰਾਹਮਣ ਜੋ ਬਾਜਰਾ ਵੇਚਣ ਵਾਸਤੇ ਅੰਮ੍ਰਿਤਸਰ ਸਾਹਿਬ ਗਿਆ ਸੀ ਤੇ ਕੇਵਲ 2-4 ਦਿਨ ਵਾਸਤੇ ਉਹਨੂੰ ਸੱਚੇ ਪਾਤਸ਼ਾਹ ਜੀਆਂ ਨੇ ਕੋਈ ਪਿਛਲਾ ਕਰਮ ਉਹਦਾ ਉਗੜ ਕੇ ਅੱਗੇ ਆਇਆ, ਹਜ਼ੂਰ ਨੇ ਦਇਆ ਕੀਤੀ ਤੇ 5 ਕੁ ਦਿਨ ਜਿਵੇਂ ਲੰਗਰ ਪਿੱਛੇ ਪ੍ਰਸੰਗ ਆਪਾਂ ਸੁਣ ਲਿਆ ਦੋਹਰਾ, ਤੇ 5 ਕੁ ਦਿਨ ਲੰਗਰ ਵਿੱਚੋਂ 500 ਮਣ ਬਾਜਰਾ ਪਾਉਣ ਦੀ ਸੇਵਾ ਇਹਦੇ ਹਿੱਸੇ ਆਈ ਸੀ। ਸਤਿਗੁਰਾਂ ਨੇ ਮਾਇਆ ਦੇਣੀ ਚਾਹੀ, ਇਹਨੇ ਇਨਕਾਰ ਕਰ ਦਿੱਤਾ ਤੇ ਕੁਝ ਸਮਾਂ ਇਹ ਅੰਮ੍ਰਿਤਸਰ ਸਾਹਿਬ ਵਿੱਚ ਰਹਿ ਕੇ ਸਰੋਵਰ ਦੀ ਸੇਵਾ ਵਿੱਚ ਲੱਗਿਆ। ਪੱਕੀਆਂ ਇੱਟਾਂ ਹੁੰਦੀਆਂ ਸੀ ਜਿਵੇਂ ਪਜਾਵੇ, ਉਹਨਾਂ ਵਿੱਚ ਗਾਰਾ ਗੋ ਕੇ ਸੰਚਿਆਂ 'ਚ ਇੱਟਾਂ ਪਾਉਣੀਆਂ, ਪੱਕੀਆਂ ਇੱਟਾਂ ਢੋਣੀਆਂ, ਇੱਟਾਂ ਪਕਾਉਣ ਵਾਸਤੇ ਬਾਲਣ ਢੋਣਾ, ਸਰੋਵਰ 'ਚੋਂ ਮਿੱਟੀ ਦੀ ਖੁਦਾਈ ਸੇਵਾ, ਇਹੋ ਜਿਹੀ ਸੇਵਾ ਇਹ ਗੰਗਾ ਰਾਮ ਨੇ ਕੀਤੀ। ਤੇ ਕੁਝ ਸਮੇਂ ਬਾਅਦ ਫਿਰ ਬ੍ਰਹਮਾਨੰਦ ਦੀ ਪ੍ਰਾਪਤੀ ਹੋਈ। ਸੱਚੇ ਪਾਤਸ਼ਾਹ ਜੀ ਨੇ ਬੜੀ ਮਿਹਰਾਮਤ ਕੀਤੀ
ਤੇ ਰਿੱਧੀਆਂ ਸਿੱਧੀਆਂ ਨਿਧੀਆਂ ਮਹਾਰਾਜ ਨੇ ਦੇ ਵਸ ਵਿੱਚ ਕਰ ਦਿੱਤੀਆਂ ਸਨ। ਇੱਥੋਂ ਆ ਕੇ ਆਪਣੇ ਨਗਰ ਵਿੱਚ ਰਹਿੰਦਾ ਰਿਹਾ, ਜਿੱਥੇ ਇਹਦਾ ਇੱਕ ਸੇਵਕ ਬਣਿਆ ਸਿੱਧੀ ਚੰਦ। ਤੇ ਇਹ ਸਿੱਧੀ ਚੰਦ ਜਿਹੜਾ ਹੈ, ਗੰਗਾ ਰਾਮ ਨੂੰ ਮਹਾਂਪੁਰਸ਼ ਜਾਣ ਕੇ ਦੀ ਬੜੀ ਸੇਵਾ ਕਰਦਾ ਹੈ ਵੀ ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਦਰੋਂ ਘਰੋਂ ਵਰਸਾਇਆ ਹੋਇਆ ਸਿੱਖ ਹੈ। ਇਹ ਜਾਣ ਕੇ ਬੜੀ ਸੇਵਾ ਕਰਦਾ ਹੈ। 12 ਸਾਲ ਇਹ ਸਿੱਧੀ ਚੰਦ ਨੇ ਸੇਵਾ ਕੀਤੀ ਇਹ ਮਹਾਂਪੁਰਖ ਬਾਬਾ ਗੰਗਾ ਰਾਮ ਜੀ ਦੀ, ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਦੀ। ਉਹਨੂੰ ਪੁੱਛਿਆ ਵੀ ਇੰਨੀ ਸੇਵਾ ਕਰਦਾ ਹੈ, ਕੀ ਇੱਛਾ ਕੀ ਮਨ ਵਿੱਚ? ਆਖਿਆ ਮਹਾਰਾਜ ਘਰ ਵਿੱਚ ਕੋਈ ਔਲਾਦ ਨਹੀਂ ਹੈ, ਤੇ ਆਪ ਕੋਈ ਮੁੱਖੋਂ ਮਿਹਰ ਭਰਿਆ ਬਚਨ ਕਰੋ। ਉਹਨਾਂ ਆਖਿਆ ਗੰਗਾ ਰਾਮ ਜੀ ਨੇ, ਪੁੱਤਰ ਹੋਵੇਗਾ ਤੇ ਬੜਾ ਮਹਾਂਪੁਰਸ਼, ਬੜੀ ਪ੍ਰਤਾਪੀ ਬਾਲਕ ਤੁਹਾਡੇ ਘਰ ਪੈਦਾ ਹੋਵੇਗਾ, ਜਿਹਦੇ ਗਿੱਠ ਗਿੱਠ ਲੰਮੇ ਵਾਲ ਹੋਣਗੇ ਜਾਮਦੇ ਦੇ ਤੇ ਚਿੱਟੇ ਹੋਣਗੇ। ਤੋ ਇਸ ਤਰ੍ਹਾਂ ਫਿਰ ਜਦੋਂ ਬਾਲਕ ਜੰਮਿਆ ਸੀ ਸਿੱਧੀ ਚੰਦ ਦੇ ਘਰੇ, ਤੇ ਸਾਰਾ ਇਲਾਕਾ ਜਿੱਥੋਂ ਤੀਕਰ ਵੀ ਪਤਾ ਲੱਗਿਆ, ਉਹ ਸਾਰੇ ਇਹ ਬਾਲਕ ਨੂੰ ਵੇਖਣ ਵਾਸਤੇ ਆਏ ਸੀ ਵੀ ਪਹਿਲੀ ਵਾਰੀ ਸੰਸਾਰ ਤੇ ਇਹੋ ਜਿਹਾ ਹੋ ਰਿਹਾ ਵੀ ਗਿੱਠ ਗਿੱਠ ਲੰਮੇ ਵਾਲ ਜੰਮਦੇ ਦੇ ਤੇ ਚਿੱਟੇ। ਵੇਖ ਵੇਖ ਸਭ ਮੱਥਾ ਟੇਕਦੇ ਬੜੇ ਹੈਰਾਨ ਹੁੰਦੇ ਆ। ਤੇ ਇਹਦਾ ਨਾਮ ਫਿਰ ਮੂਲ ਚੰਦ ਰੱਖਿਆ ਸੀ। ਉਹ ਮੂਲ ਚੰਦ ਫਿਰ ਜਦੋਂ ਵੱਡਾ ਹੋਇਆ, ਬਾਬਾ ਗੰਗਾ ਰਾਮ ਆਦਿ ਦੀ ਸੇਵਾ ਵੀ ਕੀਤੀ, ਤੇ ਇਹ ਬੜਾ ਪ੍ਰਤਾਪੀ ਮਹਾਂਪੁਰਖ ਹੋਇਆ ਹੈ। ਭਾਈ ਮੂਲ ਚੰਦ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਸੀ, ਤੇ ਇਹਦਾ ਬੜਾ ਪ੍ਰਤਾਪ ਸੀ। ਸੁਨਾਮ ਵਾਲੇ ਇਲਾਕੇ ਵਿੱਚ ਜਾਂ ਸੁਨਾਮ ਸ਼ਹਿਰ ਵਿੱਚ ਇੱਥੇ ਇਹਦੇ ਸਥਾਨ ਵੀ ਬਣੇ, ਹੋਰ ਵੀ ਕਾਫੀ ਪਿੰਡਾਂ ਵਿੱਚ ਇਹਦੇ ਸਥਾਨ ਹੈ, ਜਿੱਥੇ ਜਿੱਥੇ ਜਾ ਕੇ ਇਹਨੇ ਸਿੱਖੀ ਦਾ ਪ੍ਰਚਾਰ ਕੀਤਾ। ਤੇ ਜਿਹੜਾ ਵੀ ਮੂੰਹ ਹੋਏ ਬਚਨ ਕਰਦਾ ਸੀ ਉਹ ਪੂਰਾ ਹੁੰਦਾ ਸੀ। ਤੋ ਮੂਲ ਚੰਦ ਦੀ, ਬਾਬਾ ਗੰਗਾ ਰਾਮ ਦੀ ਆਪਾਂ ਕਥਾ ਪਿਛਲੀ ਦੀਵਾਨ ਵਿੱਚ ਸੁਣੀ ਹੈ। ਅੱਗੇ ਜਿਵੇਂ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਖੁਦਾਈ ਦੀ ਪੂਰੀ ਹੋ ਗਈ, ਫਿਰ ਪੱਕਾ ਹੋਣ ਲੱਗਿਆ ਸਰੋਵਰ, ਤੇ ਪੌੜੀਆਂ ਬਣਨੀਆਂ ਆਰੰਭ ਹੋਈਆਂ। ਉਹ ਪੌੜੀਆਂ ਵਿੱਚ ਮਹਾਰਾਜ ਨੇ ਆਖਿਆ ਸੀ ਵੀ ਚੂਨਾ ਲਾਓ, ਵੀ ਜਿਹੜਾ ਜੁਗੋ ਜੁਗ ਅਟਲ ਸਥਾਨ ਬਣੇ, ਵੀ ਲੰਮੀ ਰਹਿੰਦੇ ਕਲਯੁਗ ਦੇ ਸਮੇਂ ਤੀਕਰ ਸਥਾਨ ਕਾਇਮ ਰਹੇਗਾ। ਤੇ ਉਹ ਮਸੰਦਾਂ ਨੂੰ ਇਹ ਭਰਮ ਪੈ ਗਿਆ ਸੀ ਵੀ ਸਾਰੀ ਉਗਰਾ ਹੀ ਅਸੀਂ ਕਰਕੇ ਲਿਆਉਣੇ, ਵੀ ਸਾਡੇ ਤੋਂ ਬਿਨਾਂ ਇਹ ਗੁਰੂ ਘਰ ਦੇ ਕੰਮ ਨਹੀਂ ਹੋ ਸਕਦੇ। ਤੇ ਆਪਦੀ ਸਿਆਣਪ ਘੋਟਦੇ ਸੀ, ਮਹਾਰਾਜ ਦੀ ਮੱਤ ਉਪਦੇਸ਼, ਮਹਾਰਾਜ ਦੀ ਆਗਿਆ ਤੋਂ ਬਾਹਰੇ ਹੋ ਗਏ ਸਨ, ਤੇ ਪੌੜੀਆਂ 'ਚ ਗਾਰਾ ਲਾਉਣ ਲੱਗ ਪਏ ਸੀ। ਤੇ ਸੱਚੇ ਪਾਤਸ਼ਾਹ ਜੀਆਂ ਫਿਰ ਸਮਝਾਇਆ ਵੀ ਨਾ ਮੰਨੇ। ਤੇ ਗਰੀਬ ਨਵਾਜ ਨੇ ਫਿਰ ਭਵਿੱਖਤ ਬਚਨ ਕਹੇ ਸੀ, ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਮੇਂ ਪੂਰੇ ਹੋਏ ਸਨ। ਉਹ ਪ੍ਰਸੰਗ ਅੱਗੇ ਆ ਰਿਹਾ, ਜਿਵੇਂ ਆਉਂਦਾ ਆਪਾਂ ਸ਼ਰਵਣ ਕਰੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਖ ਅਨਗਨ ਸਮੁਦਾਇ ਹਵੈ। ਤੋ ਕਵੀ ਜੀ ਅੱਗੇ ਪ੍ਰਸੰਗ ਦੱਸਦੇ, ਜਦੋਂ ਸਰੋਵਰ ਦੀ ਸੇਵਾ ਹੁੰਦੀ ਹੈ, ਅਨੇਕਾਂ ਸਿੱਖ ਜਿਹੜੇ ਵੈ ਦੂਰੋਂ ਨੇੜਿਓਂ, ਮਾਈ ਭਾਈ ਬਾਲ ਬੁੱਢੇ ਸਭ ਸੰਗਤਾਂ ਇਕੱਠੀਆਂ ਹੁੰਦੀਆਂ ਨੇ। ਕਰਤ ਸੁਧਾ ਸਰਕਾਰ, ਬੜੇ ਭਰੋਸੇ ਸ਼ਰਧਾ ਪ੍ਰੇਮ ਦੇ ਨਾਲ ਪਵਿੱਤਰ ਅੰਮ੍ਰਿਤ ਸਰੋਵਰ ਦੀ ਸੇਵਾ ਕਰਦੇ ਸਿੱਖ। ਪੱਕੇ ਪਜਾਵੇ ਈਟਕਾ, ਤੇ ਇੱਕ ਪਾਸੇ ਪਜਾਵੇ ਲੱਗੇ ਹੋਏ ਐ, ਜਿੱਥੇ ਇੱਟਾਂ ਪੱਕੀਆਂ ਹੁੰਦੀਆਂ, ਕੱਚੀਆਂ ਪਾਉਂਦੇ ਆ, ਬਾਲਣ ਪਾਉਂਦੇ ਸਿੱਖ ਇਕੱਠਾ ਕਰ ਕਰਕੇ, ਤੇ ਪੱਕੀਆਂ ਇੱਟਾਂ ਕੱਢਦੇ ਹਨ ਕੁਝ ਸਿੱਖ ਬਾਹਰ। ਆਨ ਤਾਲ ਪਰ ਡਾਰ, ਤੇ ਜਦੋਂ ਇੱਟਾਂ ਪੱਕੀਆਂ ਹੋ ਜਾਂਦੀਆਂ, ਆਵਿਆਂ ਚੋਂ ਬਾਹਰ ਨਿਕਲ ਆਉਂਦੀਆਂ ਹਨ। ਕੁਝ ਸਿੱਖ ਜਿਹੜੇ ਉਹ ਸਾਰੀਆਂ ਇੱਟਾਂ ਚੁੱਕ ਚੁੱਕ ਕੇ ਪੱਕੀਆਂ ਤੇ ਸਰੋਵਰ ਦੇ ਕੰਢੇ ਰੱਖਦੇ, ਜਿੱਥੇ ਪੌੜੀਆਂ ਪੱਕੀਆਂ ਹੁੰਦੀਆਂ, ਰਾਜ ਮਿਸਤਰੀ ਲੱਗੇ ਐ।
ਪੱਕੀਆਂ ਇੱਟਾਂ ਉਹਨਾਂ ਦੇ ਪਾਸ ਸਰੋਵਰ ਦੇ ਕੰਢੇ ਜੋੜ ਰਹੇ ਹਨ। ਚੌਪਈ ਪਾਕੀ ਚਿਨਬੇ ਲੱਗੇ ਸੁਪਾਨ। ਤੇ ਜਿਹੜੇ ਰਾਜ ਮਿਸਤਰੀ ਹੈ ਉਹ ਪੱਕੀਆਂ ਇੱਟਾਂ ਚਣਾਈ ਕਰਨ ਲੱਗ ਪਏ, ਕਿਉਂਕਿ ਹੁਣ ਸਰੋਵਰ ਦੀ ਖੁਦਾਈ ਪੂਰੀ ਹੋ ਚੁੱਕੀ ਹੈ ਤੇ ਨਾਲ ਨਾਲ ਹੁਣ ਪੌੜੀਆਂ ਪੱਕੀਆਂ ਹੋਣ ਲੱਗੀਆਂ। ਪਹਿਲਾਂ ਸਰੋਵਰ ਪੱਕਾ ਹੋਣਾ, ਪੌੜੀਆਂ ਪੱਕੀਆਂ ਕਰਨ ਦਾ ਮਹਾਰਾਜ ਦਾ ਹੁਕਮ ਹੋਇਆ ਹੈ, ਜਿਸ ਕਰਕੇ ਜਿਹੜੇ ਮਿਸਤਰੀ ਉਹ ਇੱਟਾਂ ਪੱਕੀਆਂ ਚਣਾਈ ਕਰਦੇ ਹਨ ਤੇ ਚਣਾਈ ਪੌੜੀਆਂ ਕਰ ਕਰਕੇ ਉਹਨਾਂ ਨੂੰ ਪੱਕੀਆਂ ਕੀਤਾ ਜਾ ਰਿਹਾ ਇੱਟਾਂ ਦੀ। ਸੌਂਪੀ ਕਾਰ ਮਸੰਦਨ ਮਾਨ। ਤੇ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਵਿੱਚ ਮਸੰਦ ਮੰਨੇ ਜਾਂਦੇ ਸਨ, ਇਹ ਸਾਰੀ ਸੇਵਾ ਉਹਨਾਂ ਨੂੰ ਸੱਚੇ ਪਾਤਸ਼ਾਹ ਜੀਆਂ ਬਖਸ਼ਿਸ਼ ਕੀਤੀ ਵੀ ਇਹ ਜਿਹੜੀ ਪੌੜੀਆਂ ਪੱਕੀਆਂ ਕਰਾਉਣ ਦਾ ਕੰਮ ਹੈ ਨਾ, ਸਾਰਾ ਸਮਾਨ ਲਿਆਉਣਾ, ਚੂਨਾ ਗਾਰਾ ਆਦਿਕ ਜੋ ਵੀ ਇੱਟਾਂ ਸਭ ਪ੍ਰਬੰਧ ਹੈ, ਉਹ ਮਹਾਰਾਜ ਨੇ ਇੱਟਾਂ ਤੋਂ ਆਦਿਕ ਪੌੜੀਆਂ ਪੱਕੀਆਂ ਮਿਸਤਰੀਆਂ ਦੀ ਦੇਖ ਰੇਖ ਸਾਰੀ ਹਜੂਰ ਨੇ ਮਸੰਦਾਂ ਨੂੰ ਸੌਂਪ ਦਿੱਤੀ ਹੈ। ਜੋ ਧਨ ਦੇਸ਼ ਵਿਦੇਸ਼ਣ ਆਵੈ। ਤੇ ਜਿਹੜਾ ਧਨ ਮਾਇਆ ਸੰਗਤਾਂ ਦੇ ਦਸਵੰਧ ਦੀ ਦੇਸਾਂ ਵਿਦੇਸਾਂ ਚੋਂ ਆਉਂਦੀ ਹੈ, ਆਦ ਵਿਸਾਖੀ ਜਿਤਕ ਚੜਾ ਚੜਾਵੈ। ਆ ਜਿਹੜੀ ਤਾਂ ਮਸੰਦ ਜਾਂਦੇ ਉਗਰਾਹੀ ਕਰਨ ਵਾਸਤੇ ਗੁਰੂ ਘਰ ਦੀ ਸਿੱਖਾਂ ਪਾਸੋਂ, ਉਹ ਵੀ ਤੇ ਹੋਰ ਜਿਹੜਾ ਧਨ ਆਉਂਦਾ ਵਿਸਾਖੀ ਤੋਂ ਆਦਿਕ ਜਿਹੜੇ ਜੋੜ ਮੇਲੇ ਹੈ, ਕੋਈ ਪੁੰਨਿਆ ਮੱਸਿਆ ਸੰਗਰਾਂਦ ਤੇ ਸੰਗਤਾਂ ਜੁੜਦੀਆਂ, ਇਸ ਤੋਂ ਆਦਿਕ ਹੋਰ ਜਿੰਨੇ ਦਿਹਾੜਿਆਂ ਤੇ ਜਿੰਨੀ ਮਾਇਆ ਆਉਂਦੀ ਚੜ੍ਹਦੀ ਹੈ, ਸਰਬ ਮਸੰਦ ਸੰਭਾਰਣ ਕਰੈ। ਉਹ ਸਾਰੀ ਦੀ ਸਾਰੀ ਮਾਇਆ ਜਿਹੜੀ ਉਹ ਮਸੰਦ ਜਿਹੜੇ ਆ ਗੁਰੂ ਘਰ ਦੇ ਮਸੰਦ ਸਾਧ ਸੰਗਤ ਜੀ ਜਿਹੜੇ ਸੱਚੇ ਪਾਤਸ਼ਾਹ ਜੀਆਂ ਦੇ ਥਾਪੇ ਹੋਏ ਸਨ, ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਪਾਸੋਂ ਦਸਵੰਧ ਲੈ ਕੇ ਆਉਂਦੇ, ਹੋਰ ਸੰਗਤਾਂ ਨੂੰ ਪ੍ਰੇਰਦੇ, ਗੁਰੂ ਘਰ ਦਾ ਸਿੱਖੀ ਦਾ ਪ੍ਰਚਾਰ ਕਰਦੇ, ਇਹ ਮਸੰਦ ਆਖੇ ਜਾਂਦੇ ਸਨ। ਤੇ ਜਿਹੜਾ ਮਾਇਆ ਆਉਂਦੀ ਸੀ ਸਾਰੀ, ਇਹ ਵੀ ਮਹਾਰਾਜ ਨੇ ਮਸੰਦਾਂ ਦੇ ਹਵਾਲੇ ਕੀਤੀ ਹੋਈ ਸੀ। ਸਾਰਾ ਚੜਾਵਾ ਤੋਂ ਆਦਿਕ ਬਾਹਰੋਂ ਉਗਰਾਹੀ ਸੰਗਤਾਂ ਦਾ ਦਸਵੰਧ ਜਿਹੜਾ ਸਾਰੇ ਦਾ ਸਾਰਾ ਮਸੰਦ ਸੰਭਾਲਦੇ ਆ। ਖਰਚਹਿ ਜਹਾਂ ਕਾਜ ਬਨ ਪਰੈ। ਤੇ ਜਿੱਥੇ ਗੁਰੂ ਘਰ ਵਿੱਚ ਕੋਈ ਕੰਮ ਪੈਂਦਾ ਸੀ ਖਰਚ ਕਰਨ ਵਾਸਤੇ, ਕੋਈ ਲੋੜ ਪੈਂਦੀ ਸੀ ਰਸਤਾਂ ਲਿਆਉਣ ਵਾਸਤੇ, ਆਟਾ ਕਣਕ, ਗੁਰੂ ਘਰ ਦੇ ਹੋਰ ਜਿਹੜੇ ਪ੍ਰਬੰਧ ਚਲਾਉਣ ਵਾਸਤੇ ਜੋ ਵੀ ਲੋੜ ਪੈਂਦੀ ਸੀ ਨਾ ਖਰਚੇ ਦੀ, ਉਹ ਸਾਰੀ ਮਾਇਆ ਇਹਨਾਂ ਦੇ ਕੋਲ ਸੀ, ਲੋੜ ਪਈ ਤੋਂ ਖਰਚ ਲੈਂਦੇ ਆ। ਸਭ ਸੰਗਤ ਕੇ ਸਦਨ ਸਿਧਾਰੈ। ਤੇ ਮਾਇਆ ਲੈਣ ਵਾਸਤੇ, ਦਸਵੰਧ ਉਗਰਾਹੀ ਕਰਨ ਵਾਸਤੇ ਇਹ ਮਸੰਦ ਲੋਕ ਹੀ ਮਹਾਰਾਜ ਦੇ ਘਰ ਦੇ ਜਿਹੜੇ ਸਨ ਸਿੱਖਾਂ ਦੇ ਘਰਾਂ ਵਿੱਚ ਜਾਂਦੇ ਸੀ। ਲੈ ਗੁਰ ਕਾਰ ਅਨਬੋ ਧਾਰੈ। ਤੇ ਫਿਰ ਸਤਿਗੁਰਾਂ ਦੇ ਵਾਸਤੇ ਜਿਹੜੇ ਸੰਗਤਾਂ ਦਸਵੰਧ ਕੱਢਦੀਆਂ ਸੀ, ਉਹ ਸਾਰੀ ਕਾਰ ਭੇਟਾ ਦੇਸ਼ਾਂ ਵਿਦੇਸ਼ਾਂ ਤੋਂ ਘਰਾਂ ਘਰਾਂ ਚੋਂ ਉਗਰਾ ਕੇ ਤੇ ਅੰਮ੍ਰਿਤਸਰ ਸਾਹਿਬ ਮਹਾਰਾਜ ਦੇ ਪਾਸ ਲਿਆਉਂਦੇ ਆ। ਕਾਰੀਗਰ ਆਦਿਕ ਸਮੁਦਾਏ। ਤੇ ਇੱਥੇ ਹੁਣ ਸਰੋਵਰ ਦੀ ਪਕਿਆਈ ਹੋ ਰਹੀ ਹੈ, ਪੌੜੀਆਂ ਪੱਕੀਆਂ ਹੋ ਰਹੀਆਂ। ਜਿਹੜੇ ਕਾਰੀਗਰ ਹੈ, ਇੱਟਾਂ ਬਣਾਉਣ ਵਾਲੇ ਤੇ ਜਾਂ ਜਿਹੜੇ ਮਿਸਤਰੀ ਰਾਜ ਹਨ ਇੱਟਾਂ ਲਾਉਣ ਵਾਲੇ, ਜੋ ਜਹਾਂ ਖਰਚ ਦੇਨੋ ਬਨ ਜਾਏ। ਤੇ ਉਹਨਾਂ ਦਾ ਖਰਚਾ ਵੀ ਫਿਰ ਸਾਰਾ ਮਸੰਦ ਹੀ ਦਿੰਦੇ ਸੀ, ਕਿਉਂਕਿ ਗੁਰੂ ਘਰ ਦੀ ਸਾਰੀ ਉਗਰਾਹੀ ਇਕੱਠੀ ਕਰਕੇ ਇਹਨਾਂ ਦੇ ਕੋਲ ਹੀ ਹੁੰਦੀ ਸੀ ਸਾਰੀ। ਤੋ ਜਿੰਨਾ ਖਰਚ ਜਿੱਥੇ ਬਣ ਆਉਂਦਾ ਸੀ ਮਜ਼ਦੂਰਾਂ ਦਾ, ਹੋਰ ਚੂਨਾ ਜਾਂ ਸਮਾਨ ਲਿਆਉਣਾ, ਸਾਰਾ ਹੀ ਮਸੰਦ ਕਰਦੇ ਆਪਦੇ ਕੋਲੋਂ ਗੁਰੂ ਘਰ ਦੀ ਮਾਇਆ ਵਿੱਚੋਂ। ਸਰਬ ਥਾਨ ਸੁਦੈ ਬੋ ਕਰੈ। ਜਿੱਥੇ ਜਿੱਥੇ ਲੋੜ ਪੈਂਦੀ ਸਾਰਿਆਂ ਥਾਵਾਂ ਤੇ ਮਸੰਦ ਮਾਇਆ ਵਰਤਦੇ, ਦਿੰਦੇ ਵੀ ਇਹ ਤੇ ਲੈਂਦੇ ਵੀ ਇਹ ਸਨ। ਮਹਾਰਾਜ ਨੇ ਸਾਰੇ ਦਾ ਸਾਰਾ ਪ੍ਰਬੰਧ ਜਿਹੜਾ ਮਾਇਆ ਦਾ ਇਹਨਾਂ ਨੂੰ ਦਿੱਤਾ ਹੋਇਆ ਹੈ। ਦੇਗ ਆਦ ਮਹਿ ਖਰਚ ਵਿਚਰੈ। ਤੇ ਇਧਰ ਗੁਰੂ ਕੇ ਲੰਗਰਾਂ ਵਿੱਚ ਵੀ ਬੜਾ ਸਾਧ ਸੰਗਤ ਦੀ ਖਰਚਾ ਹੁੰਦਾ, ਬਹੁਤ ਸੰਗਤਾਂ ਜੁੜਦੀਆਂ, ਦਾਲਾਂ ਲੂਣ ਪਾਣੀ ਬਹੁਤ ਕੁਝ ਲਿਆਉਣਾ ਪੈਂਦਾ ਸੀ, ਜਿਸ ਕਰਕੇ ਬੜਾ ਖਰਚਾ ਲੰਗਰ ਵਿੱਚ ਵੀ ਇਹ ਮਸੰਦ ਹੀ ਕਰਦੇ ਸਨ ਸਾਰਾ। ਆਮਦ ਖਰਚ ਸੰਭਾਰਤ ਸਾਰੋ। ਹਾਂ, ਆਮਦਨ ਤੇ ਆਉਂਦੀ ਜਿਹੜੀ ਮਾਇਆ ਉਹ ਤੇ ਜਿੰਨਾ ਖਰਚਾ ਇਹਦਾ ਸਾਰਾ ਪ੍ਰਬੰਧ ਮਸੰਦ ਸਾਂਭਦੇ ਆ। ਆਏ ਉਪਾਏ ਅਨੇਕ ਪ੍ਰਕਾਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਸੰਗਤਾਂ ਆਉਂਦੀਆਂ, ਤੇ ਜਿੰਨੀ ਸੰਗਤਾਂ ਕਾਰ ਭੇਟਾ ਲੈ ਕੇ ਆਉਂਦੀਆਂ ਸਨ, ਬ੍ਰਿੰਦ ਚਨਹਿ ਕਰ ਈਂਟ ਸੁਧਾਰ ਹੈ। ਉਹ ਸਾਰੀ ਵੀ ਮਸੰਦ ਸਾਂਭਦੇ। ਮਹਾਰਾਜ ਨਹੀਂ ਸੀ ਆਪਦੇ ਕੋਲ ਰੱਖਦੇ, ਸਾਰੀ ਮਸੰਦਾਂ ਨੂੰ ਦਿੰਦੇ ਵੀ ਚਲੋ ਭਾਈ ਇਹ ਸੇਵਾ ਕਰਾਈ ਜਾਓ, ਜਿਹੜੀ ਜਿਹੜੀ ਬਣ ਆਉਂਦੀ ਜਿੱਥੇ ਲੋੜ ਮਾਇਆ ਵਰਤ ਲੈਣੀ।
ਇੱਧਰ ਸੰਗਤਾਂ ਆਉਂਦੀਆਂ ਮਹਾਰਾਜ ਦੇ ਪਾਸ ਦਰਸ਼ਨ ਕਰਦੀਆਂ ਤੇ ਫਿਰ ਸਰੋਵਰ ਦੀ ਸੇਵਾ ਤੇ ਲੱਗ ਜਾਂਦੇ ਸਨ। ਇੱਟਾਂ ਆਦਿਕ ਘੜਦੇ ਬਣਾਉਂਦੇ ਰਹੇ ਐ। ਚਹ ਤੁਜ ਸੰਗਤ ਤਿਨ ਟਿਗ ਡਾਰ ਹੈ। ਤੇ ਜਿਹੜੇ ਸੰਗਤਾਂ ਉਹ ਇੱਟਾਂ ਬਣਾਉਂਦੀਆਂ ਜਾਂ ਇੱਟਾਂ ਚਿਨ੍ਹ ਘਰ ਬਣਾਉਣ ਵਾਸਤੇ, ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਦਿੰਦੇ ਸੀ ਨਾ ਕਾਬਲ ਕੰਧਾਰ ਵਾਲੀਆਂ ਸੰਗਤਾਂ ਨੂੰ ਵੀ ਕਿੰਨੇ ਪੁੱਤ ਆ ਤੇਰੇ। ਜੇ ਕੋਈ ਕਹਿੰਦਾ ਸੀ 4 ਹੈ ਤੇ ਮਹਾਰਾਜ ਕਹਿੰਦੀ ਸੀ ਦੋਵਾਂ ਨੂੰ ਇੱਥੇ ਭੇਜ ਦਿਓ, ਅਸੀਂ ਘਰ ਬਣਾ ਦਿਆਂਗੇ ਤੇ ਇੱਥੇ ਵਪਾਰ ਕਰ ਲੈਣਗੇ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਜਦੋਂ ਲੈ ਕੇ ਪਰਿਵਾਰ ਆ ਜਾਂਦੇ ਸੀ, ਉਹਨਾਂ ਦੇ ਘਰ ਵੀ ਬਣਦੇ ਸੀ, ਉਹ ਵੀ ਗੁਰੂ ਘਰ ਵੱਲੋਂ ਹੀ ਸਭ ਸੇਵਾ ਹੁੰਦੀ ਸੀ। ਤੋ ਸਿੱਖਾਂ ਦੇ ਘਰ ਬਣਦੇ ਆ, ਉਹ ਸਾਰਾ ਖਰਚਾ ਮਸੰਦ ਚੱਕੀ ਜਾਂਦੇ ਆ, ਗੁਰੂ ਘਰ ਦੇ ਖਜ਼ਾਨਿਆਂ ਚੋਂ ਘਰ ਬਣਾਈ ਜਾਂਦੇ ਆ। ਜਿੰਨਾ ਕੁ ਸੰਗਤ ਨੂੰ ਚਾਹੀਦਾ ਹੁੰਦਾ ਉਹ ਸਾਰਾ ਲੈਂਦੇ ਵੀ ਸੰਗਤਾਂ ਤੋਂ ਇਹ ਹੀ ਹੈ ਤੇ ਦਿੰਦੇ ਵੀ ਇਹੀ ਹਨ। ਬਹਿਲੋ ਆਦਿਕ ਸਿੱਖ ਸਮੁਦਾਏ। ਤੇ ਧੰਨ ਭਾਈ ਬਹਿਲੋ ਜੀ ਤੇ ਇਸ ਤੋਂ ਬਾਅਦ ਭਾਈ ਮੰਝ, ਭਾਈ ਭਗਤੂ, ਹੋਰ ਜਿੰਨੇ ਵੀ ਜਿਹੜੇ ਮੋਹਰੀ ਗੁਰਮੁਖ ਪਿਆਰੇ ਹਨ, ਲੱਗੇ ਪਜਾਵਣ ਈਂਟ ਪਕਾਏ। ਇਹ ਪਜਾਵਿਆਂ ਤੇ ਪੱਠੇ ਜਾਂ ਕਹੋ ਪਜਾਵੇ ਇੱਟਾਂ ਪਕਾਉਣ ਵਾਲਿਆਂ ਪਜਾਵਿਆਂ ਤੇ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਡਿਊਟੀ ਲਾਈ ਹੈ। ਜੋ ਜੋ ਹਿਤ ਕਰ ਕਾਰ ਕਰੰਤਾ। ਤੇ ਜਿਹੜਾ ਜਿਹੜਾ ਵੀ ਗੁਰੂ ਘਰ ਵਿੱਚ ਪ੍ਰੇਮ ਦੇ ਨਾਲ ਸ਼ਰਧਾ ਨਾਲ ਸੇਵਾ ਕਰ ਰਿਹਾ ਹੈ, ਸੋ ਸੋ ਨਿਰਮਲ ਦਿਦਾ ਬਨੰਤਾ। ਉਹੀ ਆਪ ਦਾ ਹਿਰਦਾ ਨਿਰਮਲ ਕਰ ਲੈਂਦਾ। ਸੇਵਾ ਦੀ ਵਡਿਆਈ ਆ ਨਾ ਇਹ ਵੀ, ਜਿਹੜਾ ਸੇਵਾ ਕਰਦਾ ਉਹਦਾ ਮਨ ਸਾਫ਼ ਹੋ ਜਾਂਦਾ, ਮਨ ਦੀ ਮੈਲ ਕੱਟੀ ਜਾਂਦੀ ਹੈ। ਤੋ ਇਸ ਤਰ੍ਹਾਂ ਸੰਗਤਾਂ ਸੇਵਾ ਕਰਦੀਆਂ। ਜਿਹੜਾ ਪ੍ਰੇਮ ਧਾਰ ਕੇ ਰੱਖ ਕੇ ਸ਼ਰਧਾ ਸੇਵਾ ਕਰਦਾ ਕੋਈ ਗੁਰਮੁਖ ਮਾਈ ਭਾਈ, ਉਸੇ ਦੀ ਮਨ ਦੀ ਮੈਲ ਸੇਵਾ ਕੱਟ ਦਿੰਦੀ ਹੈ। ਕਰਹਿ ਕਾਮਨਾ ਜਸੁ ਜਸ ਮਨ ਮਹਿ। ਤੇ ਫਿਰ ਸੇਵਾ ਕਰਦਿਆਂ ਹੋਇਆਂ ਸੰਗਤ ਜਿਹੜੀ ਵੀ ਇੱਛਾ ਕਾਮਨਾ ਕੋਈ ਆਪਦੇ ਮਨ ਵਿੱਚ ਕਿਸੇ ਦੀ ਹੁੰਦੀ ਆ ਨਾ, ਵੀ ਮੈਨੂੰ ਕੋਈ ਵਸਤੂ ਮਿਲ ਜਾਵੇ, ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਤ ਦੇ, ਮਾਰੇ ਪੁੱਤ ਲੋੜ ਹੈ, ਕੋਈ ਦੁੱਧ ਦੀ ਲੋੜ ਹੈ, ਮਹਾਰਾਜ ਨੌਕਰੀ ਦੀ ਲੋੜ ਹੈ, ਮਾਇਆ ਦੀ ਲੋੜ ਹੈ, ਇਸ ਤਰ੍ਹਾਂ ਦੀ ਕੋਈ ਵੀ ਇੱਛਾ ਮਨ ਵਿੱਚ ਕਰਦਾ ਸੀ ਸੇਵਾ ਕਰਦਿਆਂ ਹੋਇਆਂ। ਪੁਰਹਿ ਸੇਵ ਸਰ ਕੇ ਤਿਕ ਦਿਨ ਮਹਿ। ਤੇ ਸਰੋਵਰ ਦੀ ਸੇਵਾ ਦੀ ਮਹਿਮਾ ਇੰਨੀ ਆ ਵੀ ਉਸੇ ਦੀ ਇੱਛਾ ਪੂਰੀ ਹੋ ਜਾਂਦੀ। ਜੋ ਵੀ ਮਨ ਵਿੱਚ ਕਾਮਨਾ ਕਰਦਾ ਕੋਈ ਸੇਵਾ ਕਰਦਾ ਸਰੋਵਰ ਦੀ, ਉਸੇ ਦੀ ਇੱਛਾ ਸੇਵਾ ਕਰਦਿਆਂ ਕਰਦਿਆਂ ਕੁਝ ਕੁ ਦਿਨਾਂ ਵਿੱਚ ਪੂਰੀ ਹੋ ਜਾਂਦੀ। ਜੋ ਸਕਾਮ ਹੋਏ ਬਾਛਤ ਪਾਏ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਸਹਿਤ ਕਾਮਨਾ ਦੇ ਸੇਵਾ ਕਰਦੇ ਸੀ, ਮਨ ਵਿੱਚ ਇੱਛਾ ਰੱਖ ਕੇ ਮਾਰੇ ਸਵਾ ਮਹੀਨਾ, ਸਾਲ, 1.5 ਸਾਲ, ਛਮਾਈ ਤਮਾਈ ਮੈਂ ਸੇਵਾ ਕਰਾਂਗਾ, ਮੇਰੀ ਆਹ ਇੱਛਾ ਪੂਰੀ ਹੋ ਜਾਵੇ। ਤੇ ਜਿਹੋ ਜੀ ਇੱਛਾ ਰੱਖ ਕੇ ਕੋਈ ਸੇਵਾ ਕਰਦਾ ਉਹੀ ਇੱਛਾ ਪੂਰੀ ਹੋ ਜਾਂਦੀ ਹੈ। ਜੋ ਨਿਸ਼ਕਾਮ ਸਦਾ ਬਿਮਲਾਏ। ਇਹ ਤਾਂ ਸਕਾਮੀ ਸਨ। ਤੇ ਜਿਹੜੇ ਨਕਾਮ ਭਾਵ ਜਿਹੜੇ ਨਿਸ਼ਕਾਮ, ਜਿਨ੍ਹਾਂ ਦੇ ਮਨ ਵਿੱਚ ਕੋਈ ਕਾਮਨਾ ਨਹੀਂ, ਜਦੋਂ ਉਹ ਸੇਵਾ ਕਰਦੇ ਆ ਬਿਨਾਂ ਇੱਛਾ ਰੱਖ ਕੇ, ਇਹ ਨਹੀਂ ਉਹਨਾਂ ਨੂੰ ਕੁਝ ਮਿਲਦਾ ਨਹੀਂ ਮਿਲਦਾ, ਸਾਰਾ ਕੁਝ ਹੀ ਹੈ, ਪਰ ਵਡਿਆਈ ਇਹ ਹੈ ਵੀ ਨਿਸ਼ਕਾਮੀ ਹੁੰਦਾ ਜਿਹੜਾ ਉਹਦਾ ਹਿਰਦਾ ਪਵਿੱਤਰ ਹੋ ਜਾਂਦਾ। ਮੰਗ ਕੇ ਲੈਣ ਵਾਲਿਆਂ ਦਾ ਥੋੜਾ ਹਿਰਦਾ ਐਸਾ ਵੈਸਾ ਹੀ ਰਹਿੰਦਾ, ਦਾਤਾਂ ਪ੍ਰਾਪਤ ਹੋ ਜਾਂਦੀਆਂ, ਪਰ ਜਿਹੜੇ ਕੁਝ ਨਹੀਂ ਨਾ ਮੰਗਦੇ, ਸਬਰ ਸੰਤੋਖੀ ਹੈ, ਸੱਚੇ ਪਾਤਸ਼ਾਹ ਜੀ ਉਹਨਾਂ ਦੇ ਮਲ ਦੀ ਮੈਲ ਕੱਟ ਦਿੰਦੇ ਆ। ਉਹਨਾਂ ਦਾ ਮਨ ਬਿਲਕੁਲ ਉਜਲ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਲੋਕ ਪਰਲੋਕਣ ਸੁਖ ਸਮਦਾਇਓ। ਤੇ ਲੋਕ ਤੇ ਪਰਲੋਕ ਦੇ ਸਭ ਸੁੱਖ ਮਹਾਰਾਜ ਬਖਸ਼ ਦਿੰਦੇ ਹਨ। ਸਦਾ ਬ੍ਰਤ ਗੁਰ ਸਭਨ ਲਗਾਇਓ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀਆਂ ਨੇ ਮੁਕਤੀਆਂ ਦਾ, ਭੁਗਤੀਆਂ ਦਾ, ਜੁਗਤੀਆਂ ਦਾ ਵਰਤ ਲਾਇਆ ਹੋਇਆ, ਛੇਤਰ ਲਾਇਆ ਹੋਇਆ, ਲੰਗਰ ਲਾਇਆ ਹੋਇਆ ਹੈ। ਕਾਰ ਸੁਦਾਸਰ ਕੇਰ ਮਹਾਨਾ। ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਬੜੀ ਮਹਾਨ ਸੇਵਾ ਚੱਲ ਰਹੀ ਹੈ। ਦਾਸਨ ਦੇਤ ਕਾਮਨਾ ਦਾਨਾ। ਤੇ ਦਾਨ ਦਿੰਦਾ ਇਹ ਸਰੋਵਰ ਦੀ ਸੇਵਾ ਦਾਸਾਂ ਗੁਰੂ ਕੇ ਸਿੱਖਾਂ ਨੂੰ ਜੋ ਮੰਗਦੇ ਉਹੀ ਦੇਈ ਜਾਂਦੀ ਹੈ। ਸ਼੍ਰੀ ਅੰਮ੍ਰਿਤਸਰ ਮਹਿਮਾ ਭਾਰੀ। ਇਸ ਤਰ੍ਹਾਂ ਭਾਈ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਪਵਿੱਤਰ ਨਗਰ ਦੀ ਗੁਰੂ ਕੇ ਸਰੋਵਰ ਦੀ ਬੜੀ ਮਹਿਮਾ ਹੋ ਰਹੀ ਹੈ। ਸ਼੍ਰੀ ਅਰਜਨ ਬਹੁ ਭਾਂਤ ਉਚਾਰੀ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਵੀ ਇਸ ਅੰਮ੍ਰਿਤ ਸਰੋਵਰ ਦੀ ਬੜੀ ਮਹਿਮਾ ਕੀਤੀ। ਗੁਰਬਾਣੀ ਅੰਦਰ ਆਪਾਂ ਸੁਣਦੇ ਹਾਂ, ਸੰਤਹੁ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤੁਰਾਵੈ, ਉਧਾਰ ਹੁਆ ਹੈ ਜੀ ਕਾ। ਬੱਧੋ ਪੁਰਖ ਵਿਧਾਤੈ ਤਾ ਤੂੰ ਸੋਹਿਆ, ਡਿਠੇ ਸਭੇ ਥਾਨ ਨਹੀਂ ਤੁਧ ਜੇਹਿਆ। ਬੱਧੋ ਪੁਰਖ ਵਿਧਾਤੈ ਤਾ ਤੂੰ ਸੋਹਿਆ,
ਵਾਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਹਾਂ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਸ ਤੋਂ ਇਲਾਵਾ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਕਿੰਨੀ ਵਡਿਆਈ ਹੈ। ਤੋ ਕਵੀ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਇਸ ਅੰਮ੍ਰਿਤ ਸਰੋਵਰ ਦੀ ਬੜੀ ਵਡਿਆਈ ਮਹਿਮਾ ਕੀਤੀ ਹੈ। ਮਜਨ ਕਰੇ ਕਲੂਖ ਨਾ ਰਹੈ। ਮਹਾਰਾਜ ਨੇ ਇਹ ਵਰਦਾਨ ਦਿੱਤਾ ਸਰੋਵਰ ਨੂੰ, ਅੰਮ੍ਰਿਤ ਸਰੋਵਰ ਦਾ ਕੋਈ ਇਸ਼ਨਾਨ ਕਰੇ ਉਹਦੇ ਮਨ ਵਿੱਚ ਪਾਪ ਨਹੀਂ ਰਹਿਣਗੇ, ਨਾਸ਼ ਹੋ ਜਾਣਗੇ। ਬਾਛਤ ਪਾਏ ਭਾਉ ਜੋਗ ਹੈ। ਤੇ ਜਿਹੜਾ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰੇਗਾ, ਇਸ਼ਨਾਨ ਕਰਿਆ ਕਰੇਗਾ, ਮਨ ਇੱਛੇ ਫਲ ਜਿਹੜੇ ਉਹ ਪ੍ਰਾਪਤ ਹੋਇਆ ਕਰਨਗੇ। ਮਹਾ ਮਹਾਤਮ ਸੰਗਤ ਜਾਣੇ। ਤੇ ਇਸ ਤਰ੍ਹਾਂ ਮਹਾਰਾਜ ਜਦੋਂ ਸੋਭਾ ਕਰਦੇ ਆ ਨਾ ਸਰੋਵਰ ਦੀ, ਤੇ ਸੰਗਤ ਵੀ ਇਸ ਪਾਵਨ ਪਵਿੱਤਰ ਸਰੋਵਰ ਦਾ ਬੜਾ ਮਹਾਤਮ ਜਾਣਦੇ, ਬੜੀ ਵਡਿਆਈ ਜਾਣਦੇ ਆ। ਸ਼ਰਧਾ ਧਰ ਧਰ ਸੇਵਾ ਠਾਨੈ। ਤੇ ਮਨ ਵਿੱਚ ਬੜੀ ਸ਼ਰਧਾ ਰੱਖ ਰੱਖ ਕੇ ਸੰਗਤਾਂ ਪਵਿੱਤਰ ਸਰੋਵਰ ਦੀ ਸੇਵਾ ਕਰਦੀਆਂ ਹਨ। ਕੇਤਿਕ ਜਬ ਜੇ ਚਿਨ ਲੀਨ ਸੁਪਾਨਾ। ਤੇ ਇਸ ਤਰ੍ਹਾਂ ਪੌੜੀਆਂ ਪੱਕੀਆਂ ਹੋਣ ਦੀ ਸੇਵਾ ਖਾਲਸਾ ਜੀ ਚੱਲ ਰਹੀ ਹੈ। ਕੁਝ ਕੁ ਦਿਨ ਲੰਘੇ ਤੇ ਕੁਝ ਕੁ ਪੌੜੀਆਂ ਪੱਕੀਆਂ ਹੋ ਚੁੱਕੀਆਂ ਹਨ। ਮਿਲ ਸਿੱਖਨ ਗੁਰ ਸੰਗ ਬਖਾਨਾ। ਤੇ ਜਿਹੜੇ ਸਿੱਖ ਹੈ ਇੱਥੇ ਸੇਵਾ ਕਰਨ ਆਏ ਹੋਏ ਸੰਗਤਾਂ ਨੇ ਸੱਚੇ ਪਾਤਸ਼ਾਹ ਜੀ ਦੇ ਪਾਸ ਇਸ ਤਰ੍ਹਾਂ ਬੇਨਤੀ ਕੀਤੀ ਹੈ। ਸਰ ਕੋ ਮਹਾ ਮਹਾਤਮ ਅਹੋ। ਵੀ ਹੇ ਸੱਚੇ ਪਾਤਸ਼ਾਹ ਜੀ, ਮਹਾਰਾਜ ਤੁਸੀਂ ਇਸ ਪਵਿੱਤਰ ਸਰੋਵਰ ਦਾ ਬੜਾ ਮਹਾਤਮ ਦੱਸਦੇ ਹੋ, ਬੜੀ ਵਡਿਆਈ ਮਹਿਮਾ ਦੱਸਦੇ ਹੋ। ਰਹਿ ਹਜ਼ਾਰਨ ਸੰਮਤ ਕਹੋ। ਤੁਸੀਂ ਅਕਸਰ ਹੀ ਇਹ ਗੱਲ ਕਹਿੰਦੇ ਹੋ ਵੀ ਇਹ ਪਾਵਨ ਪਵਿੱਤਰ ਜਿਹੜਾ ਸਰੋਵਰ ਹੈ ਅੰਮ੍ਰਿਤਸਰ, ਇਹ ਹਜ਼ਾਰਾਂ ਸਾਲ ਤੱਕ ਟਿਕਿਆ ਰਹੇਗਾ, ਕਲਯੁਗ ਦੇ ਰਹਿੰਦੇ ਸਮੇਂ ਤੱਕ, ਪਰਲੋ ਮਹਾਂਪਰਲੋ ਤੋਂ ਬਾਅਦ ਵੀ ਟਿਕਿਆ ਰਹੇਗਾ। ਜਿਨਨੇ ਮਹਿ ਕਾਚੋ ਹੋਏ ਕਾਮ। ਪਰ ਮਹਾਰਾਜ ਤੁਸੀਂ ਤਾਂ ਇਹ ਕਹਿੰਦੇ ਹੋ ਵੀ ਸਰੋਵਰ ਜਿਹੜਾ ਇਹ ਪਵਿੱਤਰ ਹੈ, ਜੁਗੋ ਜੁਗ ਅਟਲ, ਲੰਮੇ ਸਮੇਂ ਤੱਕ, ਸਦੀਆਂ ਤੱਕ, ਹਜ਼ਾਰਾਂ ਸਾਲ ਤੱਕ ਰਹਿਣ ਵਾਲਾ ਹੈ। ਪਰ ਮਹਾਰਾਜ ਜੇ ਵਿਚਾਰ ਕੇ ਵੇਖੀਏ ਤੇ ਸਰੋਵਰ ਦਾ ਕੰਮ ਠੀਕ ਨਹੀਂ ਹੋ ਰਿਹਾ। ਸਰੋਵਰ ਪੱਕਾ ਹੋਣ ਦੀ ਸੇਵਾ ਚੱਜ ਨਾਲ ਨਹੀਂ ਹੋ ਰਹੀ, ਕੰਮ ਕੱਚਾ ਹੋ ਰਿਹਾ ਹੈ। ਉਪਰ ਤੇ ਬਨਾਏ ਅਭਿਰਾਮ। ਮਹਾਰਾਜ ਪੁੱਛਦੇ ਕਿਉਂ ਭਾਈ, ਕੀ ਗੱਲ ਹੋਈ ਹੈ? ਤੇ ਸਿੱਖ ਸੰਗਤਾਂ ਕਹਿੰਦੇ ਆ ਮਹਾਰਾਜ ਜਿਹੜੇ ਮਿਸਤਰੀ ਲੱਗੇ ਹੋਏ ਆ ਨਾ, ਉਹ ਸੱਚੇ ਪਾਤਸ਼ਾਹ ਜੀ ਉੱਪਰੋਂ ਉੱਪਰ ਵਿਖਾਉਣ ਮਾਤਰ ਤਾਂ ਪੌੜੀਆਂ ਬਾਹਰਲੇ ਪਾਸੋਂ ਪੱਕੀਆਂ ਬਣਾਈ ਜਾਂਦੇ ਆ। ਏਕ ਈਂਟ ਚੂਨੇ ਕੀ ਜਰੈ। ਤੇ ਉੱਪਰੋਂ ਸੋਹਣੀਆਂ ਬਣਾਉਂਦੇ, ਅਗਲੇ ਪਾਸੇ ਪੌੜੀਆਂ ਦਾ ਜਿਹੜਾ ਮੱਥਾ ਹੈ ਨਾ, ਇੱਕ ਇੱਕ ਇੱਟ ਜਿਹੜੀ ਆ ਉਹ ਚੂਨੇ ਨਾਲ ਲਾਉਂਦੇ, ਚੂਨਾ ਮਜ਼ਬੂਤ ਹੁੰਦਾ। ਤੇ ਮਹਾਰਾਜ ਚੂਨੇ ਦੇ ਨਾਲ ਬਾਹਰਲੀ ਇੱਟ ਇੱਕ ਇੱਕ ਚੂਨੇ ਨਾਲ ਲਾਈ ਜਾਂਦੇ ਆ। ਪੁਨ ਕਰ ਦਮ ਸੋ ਭਰਤੀ ਭਰੈ। ਤੇ ਜਿਹੜੀ ਇੱਟਾਂ ਲੱਗ ਜਾਂਦੇ, ਜਿਹੜਾ ਵਿਚਕਾਰਲਾ ਪਾਸਾ ਹੈ ਪੌੜੀਆਂ ਦਾ, ਪੂਰੀ ਪੌੜੀ ਇੱਕ ਬਣਦੀ ਹੈ, ਮੱਥਾ ਤੇ ਪਾਸੇ ਉਹਦੇ ਮਹਾਰਾਜ ਉਹ ਚੂਨੇ ਨਾਲ ਲਾਉਂਦੇ ਆ ਇੱਟਾਂ। ਤੇ ਦੂਜੀਆਂ ਵਿਚਾਲੇ ਵਾਲੀਆਂ ਇੱਟਾਂ ਜਿਹੜੀਆਂ ਮਹਾਰਾਜ ਉਹ ਗਾਰਾ ਲਾਉਂਦੇ ਆ, ਉਹ ਕਹਾਣੀ ਗਾਰੇ ਨਾਲ ਭਰੀ ਜਾਂਦੇ ਆ। ਉਖਰੇ ਥਰਹਿ ਨਹੀਂ ਲਗ ਕਾਲ। ਵੀ ਮਹਾਰਾਜ ਦਾਨਵੇ ਉਖਰੈ ਲਗ ਕਾਲ ਥਿਰਹਿ ਨਹੀਂ, ਵੀ ਮਹਾਰਾਜ ਟਿਕਣ ਵਾਲੀਆਂ ਨਹੀਂ। ਫਿਰ ਤੁਸੀਂ ਤਾਂ ਕਹਿੰਦੇ ਹੋ ਵੀ ਸਰੋਵਰ ਬੜਾ ਲੰਮਾ ਸਮਾਂ ਰਹੇਗਾ, ਪਰ ਮਹਾਰਾਜ ਇਸ ਹਿਸਾਬ ਦੇ ਨਾਲ ਥੋੜੇ ਸਮੇਂ ਚੀਟਾਂ ਪੁੱਟੀਆਂ ਜਾਣੀਆਂ, ਲੰਮਾ ਸਮਾਂ ਨਹੀਂ ਟਿਕੀਆਂ ਰਹਿਣਗੀਆਂ। ਏਵ ਮਸੰਦ ਦੰਭ ਨੇ ਦੰਭ ਕੇ ਨਾਲ। ਹੇ ਸੱਚੇ ਪਾਤਸ਼ਾਹ ਜੀ ਵੇਖੋ, ਜਿਹੜੇ ਤੁਹਾਡੇ ਘਰ ਦੇ ਮਸੰਦ ਤੁਸੀਂ ਥਾਪੇ ਹੋਏ ਹੋ, ਦੰਭ ਕਰਦੇ, ਧੋਖਾ ਪਖੰਡ ਕਰ ਰਹੇ ਹਨ। ਉੱਪਰੋਂ ਵਿਖਾਉਂਦੇ ਪੌੜੀ ਸੋਹਣੀ ਬਣੀ, ਪਰ ਵਿੱਚ ਮਹਾਰਾਜ ਬਾਹਰੋਂ ਚੂਨੇ ਦੀ ਤੇ ਵਿੱਚੋਂ ਗਾਰੇ ਦੀ ਬਣਾਈ ਜਾਂਦੇ ਆ। ਥੋਰੋ ਲਾਗਹਿ ਸਿਰਫਾ ਚੂਨੇ। ਮਹਾਰਾਜ ਉਹ ਸਰਫਾ ਕਰਦੇ ਆ ਵੀ ਚੂਨਾ ਥੋੜਾ ਲੱਗੇ, ਚੂਨਾ ਘੱਟ ਲਾਉਂਦੇ ਹਨ। ਇਹੋ ਕਰਤੇ ਲੋਭੀ ਮਨ ਮਤ ਊਨੇ। ਮਹਾਰਾਜ ਲੋਭੀ ਹੋ ਗਏ, ਮਤ ਦੇ ਊਣੇ, ਵੀ ਜਾਣਦੇ ਨਹੀਂ ਵੀ ਗੁਰੂ ਘਰ ਦੀ ਵੀ ਇਹ ਪਵਿੱਤਰ ਸਥਾਨ ਬਣ ਰਿਹਾ ਹੈ, ਤੇ ਮਹਾਰਾਜ ਸਰਫਾ ਕਰਦੇ ਹੋਏ ਚੰਗਾ ਨਹੀਂ ਬਣਾ ਰਹੇ, ਮਾੜਾ ਕਰ ਰਹੇ ਹਨ। ਜਿਮ ਦ੍ਰਿੜਤਾ ਕੇ ਸ਼ਬਦ ਬਣਾਵੋ। ਵੀ ਜਿਵੇਂ ਮਹਾਰਾਜ ਤੁਸੀਂ ਕਹਿੰਦੇ ਹੋ ਨਾ ਪੱਕਾ, ਵੀ ਬੜਾ ਸਦੀਆਂ ਤੱਕ ਇਹ ਸਰੋਵਰ ਰਹੇਗਾ, ਇਹਨਾਂ ਨੂੰ ਚਾਹੀਦਾ ਵੀ ਜਿਵੇਂ ਤੁਸੀਂ ਆਖਿਆ ਉਵੇਂ ਚੰਗੀ ਤਰ੍ਹਾਂ ਪੱਕੀਆਂ ਸੋਹਣੀਆਂ ਪੌੜੀਆਂ ਬਣਾਉਣਾ। ਰਹਿ ਸਦਾ ਸ਼੍ਰੀ ਮੁਖ ਤੇ ਗਾਵੋ। ਤੇ ਤੁਸੀਂ ਸਦਾ ਹੀ ਇਹ ਗੱਲ ਕਹਿੰਦੇ ਆਏ ਹੋ ਵੀ ਇਹ ਤਾਂ ਲੰਮਾ ਸਮਾਂ ਟਿਕਿਆ ਰਹੇਗਾ ਸਰੋਵਰ, ਪਰ ਮਹਾਰਾਜ ਜਿਵੇਂ ਬਣਾ ਰਹੇ ਆ ਨਾ ਮਸੰਦ ਮਿਸਤਰੀਆਂ ਨੂੰ ਕਹਿ ਕਹਿ ਕੇ
ਇਸ ਹਿਸਾਬ ਦੇ ਨਾਲ ਤਾਂ ਮਹਾਰਾਜ ਕੰਮ ਕੱਚਾ ਹੋ ਰਿਹਾ ਹੈ। ਤਿਮ ਕਰਵਾਵਹ ਤੁਮ ਸਮਰੱਥੋ। ਤੇ ਮਹਾਰਾਜ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਲੰਮਾ ਸਮਾਂ ਸਰੋਵਰ ਰਵੇਗਾ, ਸੱਚੇ ਪਾਤਸ਼ਾਹ ਜੀ ਆਪ ਕਹਿ ਕੇ ਫਿਰ ਚੰਗੀ ਤਰ੍ਹਾਂ ਆਪ ਨਿਗਰਾਨੀ ਸਾਨੀ ਹੇਠ ਸਰੋਵਰ ਦੀ ਸੇਵਾ ਚੰਗੀ ਤਰ੍ਹਾਂ ਕਹਿ ਕੇ ਪੱਕੀ ਤਰ੍ਹਾਂ ਸੇਵਾ ਕਰਵਾਓ ਚੂਨੇ ਨਾਲ। ਤੀਨ ਲੋਕ ਨਾ ਧਨ ਰਾਵਰ ਹੱਥੋ। ਕਿਉਂਕਿ ਮਹਾਰਾਜ ਹੁਣ ਮਸੰਦ ਸਰਫਾ ਕਰਦੇ ਆ, ਪਰ ਤਿੰਨਾਂ ਲੋਕਾਂ ਦਾ ਜਿਹੜਾ ਧਨ ਹੈ ਨਾ, ਤਿੰਨਾਂ ਤਰਲੋਕੀ ਦਾ ਸਾਰੀ ਮਾਇਆ ਆਪ ਜੀ ਦੇ ਚਰਨਾਂ ਵਿੱਚ ਹੱਥ ਵਿੱਚ ਹੈ। ਸੁਣ ਸਿੱਖਣ ਤੇ ਸਤਿਗੁਰ ਪਾਵਨ। ਤੇ ਇਸ ਤਰ੍ਹਾਂ ਸ਼ਿਕਾਇਤ ਮਸੰਦਾ ਦੀ ਸਿੱਖਾਂ ਨੇ ਕੀਤੀ ਤੇ ਸੱਚੇ ਪਾਤਸ਼ਾਹ ਜੀ ਨੇ ਬਚਨ ਸੁਣੇ ਜਦੋਂ ਸਿੱਖਾਂ ਤੋਂ ਮਸੰਦਾਂ ਬਾਰੇ। ਕਰੇ ਸਮੀਪ ਮਸੰਦ ਆਵਾਹਨ। ਸਤਿਗੁਰਾਂ ਨੇ ਸਾਰੇ ਹੀ ਮਸੰਦ ਜਿਹੜੇ ਆਪਦੇ ਪਾਸ ਸੱਦ ਲਏ ਆ। ਸਭ ਸੋ ਕਹਿਓ ਕਾਰ ਇਹੋ ਕਾਚੀ। ਤੇ ਗਰੀਬ ਨਿਵਾਜ ਕਹਿੰਦੇ ਇਸ ਮਸੰਦਾਂ ਨੂੰ ਭਾਈ ਜਿਹੜਾ ਕੰਮ ਕਰ ਰਹੇ ਹੋ ਸਰੋਵਰ ਪੱਕਾ ਹੋਣ ਦਾ, ਪੱਕਾ ਨਹੀਂ ਤਾਂ ਕੱਚਾ ਹੀ ਰਹਿ ਗਿਆ ਹੈ। ਕਿਉ ਤੁਮ ਕਰਹ ਰੋਬ ਮਤ ਰਾਚੀ। ਤੁਹਾਡੀ ਮਤ ਜਿਹੜੀ ਕਿਉਂ ਲਾਲਚ ਕਰਨ ਵਿੱਚ, ਰੱਤੀ ਪੈਸਾ ਇਕੱਠਾ ਕਰਨ ਵਿੱਚ ਕਿਉਂ ਭਾਈ ਤੁਹਾਡੀ ਮਤ ਅੜੀ ਹੋਈ ਹੈ, ਤਦਾਕਾਰ ਹੋ ਰਹੀ ਹੈ, ਕਿਉਂ ਸਰਫਾ ਹੋ ਰਿਹਾ, ਕਿਉਂ ਮਾਇਆ ਦੇ ਲਾਲਚੀ ਹੋ। ਚੂਨੋ ਕੋ ਸਰਫਾ ਕਿਮ ਧਰੋ। ਵੀ ਕਿਉਂ ਤੁਸੀਂ ਚੂਨਾ ਘੱਟ ਲਾਉਂਦੇ ਹੋ, ਵਿੱਚ ਗਾਰਾ ਭਰਦੇ ਹੋ ਪੌੜੀਆਂ ਦੇ, ਕਿਹੜੀ ਗੱਲੋਂ ਚੂਨਾ ਘੱਟ ਲਾਉਂਦੇ ਹੋ, ਸਰਫਾ ਮਨ ਵਿੱਚ ਕਰਦੇ ਹੋ। ਦਰਬ ਅਪਰ ਇਹੋ ਸੰਚੈ ਕਰੋ। ਤੇ ਹੋਰ ਮਾਇਆ ਇਕੱਠੀ ਕਰੋ ਨਾ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਵੀ ਚੂਨਾ ਜਿਹੜਾ ਵੱਧ ਲਾਇਆ ਜਾਵੇ, ਦਰਬ ਅਰਪ ਦੇਹੋ ਸੰਚੈ ਕਰੋ। ਤੇ ਐਂ ਕਰੋ ਵੀ ਹੋਰ ਜਿਹੜਾ ਧਨ ਹੈ ਉਹ ਤੁਸੀਂ ਇਕੱਠਾ ਕਰੋ ਨਾ, ਤੇ ਮਸਾਲਾ ਆਦਿਕ ਚੂਨਾ ਇਕੱਠਾ ਕਰਕੇ ਲਾਇਆ ਜਾਵੇ। ਜਿੰਨਾ ਵੀ ਵੱਧ ਮਾਇਆ ਲੱਗਦੀ ਖਰਚੀ ਜਾਵੇ, ਪਰ ਸਰੋਵਰ ਪੱਕੀ ਤਰ੍ਹਾਂ ਬਣਾਇਆ ਜਾਵੇਗਾ। ਜੇ ਤਿਕ ਕਾਰੀਗਰ ਮੰਗਵਾਵਤ। ਤੇ ਜਿੰਨੇ ਲੋੜ ਹੈ ਕਾਰੀਗਰ ਮੰਗਦੇ ਆ ਨਾ, ਜਿੰਨਾ ਚੂਨਾ ਉਹਨਾਂ ਲਵਾਓ। ਇਹ ਨਹੀਂ ਵੀ ਉਹ ਮਿਸਤਰੀ ਕੋਝ ਆਖਣ ਤੇ ਤੁਸੀਂ ਗਾਰਾ ਭਰੀ ਜਾਂਦੇ ਹੋ। ਜਿੰਨਾ ਕਾਰੀਗਰ ਕਹਿੰਦੇ ਆ ਪੂਰਾ ਪੂਰਾ ਓਨਾ ਹੀ ਮਸਾਲਾ ਤੇ ਜਿਹੜਾ ਹੁੰਦਾ ਚੂਨਾ ਆਦਿਕ ਮੰਗਵਾਇਆ ਕਰੋ। ਦੇਹੋ ਪਹੁੰਚਾਏ ਲਾਗਹਿ ਮਨ ਭਾਵਤ। ਤੇ ਜੇ ਤੱਕ ਕਾਰੀਗਰ ਮੰਗਵਾਵਤ, ਜਿੰਨਾ ਚੂਨਾ ਜਾਂ ਜਿਹੜੀ ਸਮਾਨ ਕਾਰੀਗਰ ਮੰਗਾਉਂਦੇ ਆ ਪਕਿਆਈ ਵਾਸਤੇ, ਉਹਨਾਂ ਤੁਸੀਂ ਮਨ ਭਾਉਂਦਾ ਪਹੁੰਚਾਉਣਾ ਕਰਿਆ ਕਰੋ, ਹਾਜ਼ਰ ਕਰਿਆ ਕਰੋ ਉਹਨਾਂ ਨੂੰ। ਸੁਨਤ ਮਸੰਦਨ ਬਚਨ ਬਖਾਨਾ। ਤੇ ਸੁਣ ਕੇ ਸੱਚੇ ਪਾਤਸ਼ਾਹ ਜੀ ਤੋਂ ਮਸੰਦਾਂ ਨੇ ਬੇਨਤੀ ਕੀਤੀ, ਆਖਿਆ ਹੈ ਸ਼੍ਰੀ ਗੁਰ ਜੀ ਧਨ ਲੱਗੈ ਮਹਾਨਾ। ਇਹ ਸੱਚੇ ਪਾਤਸ਼ਾਹ ਜੀ ਮਾਇਆ ਥੋੜੀ ਹੈ, ਤੇ ਜੇ ਚੂਨੇ ਦੇ ਨਾਲ ਸਾਰੀਆਂ ਪੌੜੀਆਂ ਬਣਵਾਵਾਂਗੇ ਸੱਚੇ ਪਾਤਸ਼ਾਹ ਜੀ ਤਾਂ ਬਹੁਤ ਮਾਇਆ ਲੱਗ ਜਾਵੇਗੀ। ਅਪਰ ਸਰਬ ਘਰ ਕੇ ਵਿਵਹਾਰਾ। ਤੇ ਵੇਖੋ ਨਾ ਮਹਾਰਾਜ ਆਪਣੇ ਗੁਰੂ ਘਰ ਦੇ ਹੋਰ ਵੀ ਬੜੇ ਕੰਮ ਕਰਨ ਵਾਲੇ ਹਨ, ਕਾਰ ਵਿਹਾਰ ਕਰਨੇ ਮਾਇਆ ਨਾਲ। ਦਿਨ ਪ੍ਰਤ ਲੰਗਰ ਬਨਹਿ ਉਧਾਰ। ਤੇ ਉਧਾਰ ਮਹਾਰਾਜ ਕਿੰਨਾ ਲੰਗਰ ਬਣਦਾ ਰੋਜ਼, ਲੰਗਰ ਤੇ ਕਿੰਨਾ ਖਰਚਾ ਆ ਰਿਹਾ ਹੈ। ਦਰਬ ਬਿਨਾ ਨਿਰਬਾਹ ਨ ਹੋਏ। ਤੇ ਮਾਇਆ ਤੋਂ ਬਿਨਾ ਮਹਾਰਾਜ ਕਿਤੇ ਨਿਰਬਾਹ ਥੋੜਾ ਹੁੰਨਾ, ਝਟ ਨਹੀਂ ਲੰਘਦਾ ਸੱਚੇ ਪਾਤਸ਼ਾਹ ਜੀ। ਸਾਰੀ ਮਾਇਆ ਪੌੜੀਆਂ ਤੇ ਖਰਚ ਦਿੱਤੀ, ਚੂਨਾ ਪਾ ਪਾ ਕੇ ਤੇ ਲੰਗਰ ਵੀ ਚਲਾਉਣੇ ਹਨ। ਗ੍ਰਾਮਣ ਅੰਨ ਅਨਕ ਮਨ ਜੋਏ। ਤੇ ਅਨੇਕਾਂ ਮਣ ਅੰਨ ਜਿਹੜਾ ਪਿੰਡਾਂ ਦੇ ਵਿੱਚੋਂ ਮੁੱਲ ਖਰੀਦ ਲਿਆਈਦਾ, ਕੁਝ ਸੰਗਤ ਲਿਆਉਂਦੀ ਹੈ। ਜਦੋਂ ਨਹੀਂ ਪੂਰਾ ਹੁੰਦਾ, ਜਿਵੇਂ ਪਿੱਛੇ ਗੰਗਾ ਰਾਮ ਬ੍ਰਾਹਮਣ ਤੋਂ 500 ਮਣ ਬਾਜਰਾ ਖਰੀਦਿਆ ਗੁਰੂ ਘਰ ਨੇ, ਤੋ ਸੱਚੇ ਪਾਤਸ਼ਾਹ ਜੀ ਘਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਮਾਇਆ ਖਰਚ ਕੇ ਅੰਨ ਲੈ ਕੇ ਆਈਦਾ ਹੈ। ਸੋ ਸਭ ਲੱਗਹਿ ਖਰੀਦਹਿ ਔਰ। ਤੇ ਜਿੰਨਾ ਲਿਆਈਦਾ ਮਹਾਰਾਜ ਕੁਝ ਦਿਨਾਂ ਵਿੱਚ ਲੱਗ ਜਾਂਦਾ, ਫਿਰ ਹੋਰ ਮਾਇਆ ਕਰਕੇ ਖਰੀਦੀਦਾ ਹੈ। ਇਮ ਧਨ ਚਹੀਅਤ ਹੈ ਬਹਠਾਰ। ਇਸ ਕਰਕੇ ਸੱਚੇ ਪਾਤਸ਼ਾਹ ਜੀ ਵੀ ਤੁਸੀਂ ਕਹਿੰਦੇ ਹੋ ਕੱਲੀਆਂ ਪੌੜੀਆਂ ਵੀ ਚੂਨੇ ਨਾਲ ਪੱਕੀਆਂ ਕਰਾਓ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਰ ਬੜੀ ਥਾਂ ਤੇ ਧਨ ਚਾਹੀਦਾ ਹੈ, ਬੜੀਆਂ ਜਗ੍ਹਾ ਤੇ ਧਨ ਵਰਤਣਾ, ਲੰਗਰ ਵਿੱਚ ਹੋਰ ਦੂਜੇ ਤੀਜੇ ਥਾਂ ਤੇ ਵਰਤਣਾ ਹੈ। ਸਿੱਖਣ ਕੋ ਦਾ ਬੇਸਰ ਪਾਓ। ਤੇ ਜਿਹੜੇ ਮਹਾਰਾਜ ਉਗਰਾਹੀਆਂ ਕਰ ਕਰਕੇ ਆਉਂਦੇ, ਸਿੱਖ ਲੈ ਕੇ ਆਉਂਦੇ, ਮਾਇਆ ਜਾਂ ਕੋਈ ਭੇਟਾ ਲੈ ਕੇ ਆਉਂਦੇ ਆ, ਉਹਨਾਂ ਨੂੰ ਸਿਰੋਂ ਪਾਓ ਵੀ ਸੱਚੇ ਪਾਤਸ਼ਾਹ ਦੇਣੇ ਹੁੰਦੇ। ਬੜਾ ਕੱਪੜਾ ਲੱਗਦਾ, ਮੁੱਲ ਖਰੀਦਿਆ। ਨਿਤ ਪ੍ਰਤ ਖਰਚ ਇਹੀ ਸਮੁਦਾਓ। ਤੇ ਇਸ ਤੋਂ ਇਲਾਵਾ ਮਹਾਰਾਜ ਬੜਾ ਖੁੱਲਾ ਖਰਚਾ, ਕੱਲੇ ਸਰੋਪਿਆਂ ਦਾ ਹੀ ਖਰਚਾ ਮਾਣ ਨਹੀਂ ਸੱਚੇ ਪਾਤਸ਼ਾਹ ਜੀ, ਕਿੰਨਾ ਕੱਪੜਾ ਗੁਰੂ ਘਰ ਦਾ ਲੱਗਦਾ ਹੈ। ਨੀਠ ਨੀਠ ਕਰ ਸਭ ਨਿਰਬਾਹ ਹੈ। ਤੇ ਮਹਾਰਾਜ ਸਾਨੂੰ ਪਤਾ ਅਸੀਂ ਮਸਾਂ ਸਾਰਾ ਕੁਝ ਪੂਰਾ ਲੈਨੇ ਆ, ਮਾਇਆ ਵਰਤਦੇ ਖਰਚਦੇ ਆ। ਤੋ ਸਾਧ ਸੰਗਤ ਦੀ ਇਹ ਮਸੰਦਾਂ ਦੇ ਮਨ ਵਿੱਚ ਭਰਮ ਪੈ ਗਿਆ ਸੀ ਵੀ ਸਾਰਾ ਗੁਰੂ ਘਰ ਦਾ ਪ੍ਰਬੰਧ ਅਸੀਂ ਚਲਾਉਣੇ ਆ।
ਅਕਸਰ ਹੀ ਜਿਵੇਂ ਉਹ ਸਾਡੇ ਵਿੱਚ ਵੀ ਕਈ ਵਾਰੀ ਇਹ ਭਰਮ ਪੈ ਜਾਂਦਾ ਹੈ ਵੀ ਗੁਰੂ ਘਰ ਦੀ ਵਸਤੂ ਬਣਾਉਣੀ ਹੈ, ਤੋ ਸਾਡੇ ਮਨ 'ਚ ਇਹ ਹੁੰਦਾ ਵੀ ਚੱਲ ਵੀ ਜੀ ਕਿਸੇ ਨਾ ਕਿਸੇ ਤਰ੍ਹਾਂ ਵੀ ਥੋੜ੍ਹੇ ਨਾਲ ਹੀ ਸਰ ਜਾਵੇ, ਵੀ ਜਿਹੜੀ ਚੀਜ਼ ਘਟੀਆ ਹੈ ਉਹ ਲਾਈ ਜਾਵੇ, ਚਲੋ ਪੈਸਾ ਹੋਰ ਕੰਮ ਕਰ ਲਵਾਂਗੇ ਹੋਰ ਹੋਰ। ਪਰ ਸਾਧ ਸੰਗਤ ਜੀ ਗੁਰੂ ਘਰ ਦੇ ਜਿਹੜੇ ਕਾਰਜ ਹੈ ਇਹ ਇਸ ਤਰ੍ਹਾਂ ਹੋਣ ਵੀ ਜਿਹੜੀ ਵਸਤੂ ਕਿਸੇ ਦੇ ਸਧਾਰਨ ਮਨੁੱਖ ਦੇ ਘਰ ਵਿੱਚ ਨਾ ਲੱਗੀ ਹੋਵੇ। ਗੁਰੂ ਕੇ ਪਾਵਨ ਪਵਿੱਤਰ ਦਰਬਾਰਾਂ ਵਿੱਚ ਐਸੀ ਵਸਤੂ ਲਾਓ ਜਿਹੜੀ ਆਮ ਮਨੁੱਖ ਦੇ ਘਰ ਵਿੱਚ ਨਹੀਂ, ਤੇ ਜਿਹੜੀ ਆਮ ਸਧਾਰਨ ਹਰੇਕ ਦੇ ਘਰ ਜਿਹੜੀ ਵਸਤੂ ਨਕਾਰੀ ਹੁੰਦੀ ਉਹ ਨਹੀਂ ਕੋਈ ਲਾਉਂਦਾ, ਤੇ ਉਹ ਗੁਰੂ ਘਰ ਲਾਈਏ ਫਿਰ ਸਾਧ ਸੰਗਤ ਜੀ ਉਹ ਮਾੜੀ ਗੱਲ ਹੈ। ਰਹੀ ਗੱਲ ਪ੍ਰਬੰਧ ਦੀ, ਪ੍ਰਬੰਧ ਤਾਂ ਸਾਧ ਸੰਗਤ ਜੀ ਗੁਰੂ ਘਰ ਸੱਚੇ ਪਾਤਸ਼ਾਹ ਜੀ ਦੀਨ ਦਿਆਲ ਇਹੋ ਜਿਹਾ ਵੀ ਸਾਡੇ ਘਰਾਂ ਦੇ ਪ੍ਰਬੰਧ ਮਹਾਰਾਜ ਚਲਾ ਰਹੇ ਹੈ, ਤੇ ਕੀ ਉਹ ਆਪਦੇ ਘਰ ਦਾ ਪ੍ਰਬੰਧ ਨਹੀਂ ਉਹਨਾਂ ਨੂੰ ਫਿਕਰ ਹੈ? ਮਹਾਰਾਜ ਨੂੰ ਸਾਰਾ ਹੀ ਫਿਕਰ ਹੈ। ਤੋ ਇਸ ਕਰਕੇ ਇੱਥੇ ਹੁਣ ਮਸੰਦਾਂ ਨੂੰ ਇਹ ਭਰਮ ਪੈ ਗਿਆ ਵੀ ਖਰੇ ਅਸੀਂ ਸਾਰਾ ਕੁਝ ਕਰਦੇ ਹਾਂ, ਜੇ ਅਸੀਂ ਮਸਾਂ ਪੂਰੇ ਲੈਂਦੇ ਹਾਂ, ਪਰ ਉਹ ਸੱਚੇ ਪਾਤਸ਼ਾਹ ਜੀ ਉਵੇਂ ਵਰਤ ਲੈਂਦੇ ਜੈਸਾ ਸੇਵੈ ਤੈਸੋ ਹੋਵੈ। ਜੇ ਤਾਂ ਕੋਈ ਗੁਰੂ ਘਰ ਮਾਇਆ ਲਾਉਣ ਲੱਗਿਆਂ ਬਾਹਲੀ ਕਿਰਸ ਕਰੇ ਸ਼ੂਮਤਾਈ ਕਰਦੇ ਆ ਜੇ ਕੋਈ, ਤੇ ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਨਹੀਂ ਕਿ ਮਾਇਆ ਗੁਰੂ ਘਰ ਭੇਜਦੇ ਆ ਵੀ ਜਿੰਨੀ ਕਿ ਇਹਨਾਂ ਦੀ ਸੋਚ ਹੁੰਦੀ ਹੈ। ਜੇ ਕੁਝ ਵੱਡਾ ਸੋਚਣ ਮਹਾਰਾਜ ਦੇ ਦਰਬਾਰ ਚਾਹੇ ਸਾਧ ਸੰਗਤ ਜੀ ਸੋਨੇ ਦਾ ਦਰਬਾਰ ਵੀ ਸ਼ੁਰੂ ਕਰ ਲਓ ਨਾ, ਇੱਕ ਨਾ ਇੱਕ ਦਿਨ ਸੰਗਤ ਉਹ ਵੀ ਸਿਰੇ ਚੜਾ ਦਿੰਦੀ ਹੈ। ਪਰ ਇੱਕ ਬਣਵਾਉਣ ਵਾਲਾ ਪੂਰਾ ਸੂਰਾ ਬਾਣੀ ਬਾਣੇ ਵਾਲਾ ਹੋਵੇ ਤੇ ਦਇਆ ਕਰਦੇ ਸੱਚੇ ਪਾਤਸ਼ਾਹ ਜੀ ਸਿੱਖ ਦੀ ਮਹਾਰਾਜ ਕੰਡ ਨਹੀਂ ਲੱਗਣ ਦਿੰਦੇ ਕਦੇ ਵੀ। ਜਿੱਡਾ ਮਰਜ਼ੀ ਕਾਰਜ ਸਿੱਖ ਜਿਹੜਾ ਆਰੰਭ ਕਰ ਲਵੇ ਗੁਰੂ ਨੂੰ ਧਿਆ ਕੇ, ਤੇ ਸੰਗਤ ਗੁਰੂ ਕੀ ਐਡੀ ਬਲ ਵਾਲੀ ਹੈ, ਕਾਮ ਤਿਣ ਗਊ ਵਰਗੀ ਸਾਧ ਸੰਗਤ ਜੀ ਸਮਾਂ ਪਾ ਪਾ ਕੇ ਕਮਾਈਆਂ ਸਫਲੀਆਂ ਕਰਦੇ ਹੋਏ ਦਸਵੰਧ ਹਾਜ਼ਰ ਕਰ ਕਰਕੇ ਓਡਾ ਹੀ ਦਰਬਾਰ ਜਾਂ ਕੋਈ ਵੱਡਾ ਕਾਰਜ ਸੰਗਤਾਂ ਜਿਹੜੀਆਂ ਉਹ ਖੜਾ ਕਰ ਦਿੰਦੀਆਂ। ਜਿੰਨੇ ਗੁਰਧਾਮ ਗੁਰੂ ਘਰ ਦੇ ਪ੍ਰਬੰਧ ਚੱਲਦੇ ਸਾਰੇ ਸੰਗਤਾਂ ਦੇ ਚਲਾਈ ਚੱਲ ਰਹੇ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤ ਵਿੱਚ ਵਾਸਾ ਰੱਖਦੇ ਆ, ਪਰਮੇਸ਼ਰ ਦਾ ਵਾਸਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੋ ਪਰ ਇਹ ਮਸੰਦਾਂ ਨੂੰ ਭਰੋਸਾ ਨਾ ਰਿਹਾ, ਇਹਨਾਂ ਨੂੰ ਇਹ ਭੁਲੇਖਾ ਵੀ ਅਸੀਂ ਪ੍ਰਬੰਧ ਚਲਾਉਣੇ ਆ। ਕਹਿੰਦੇ ਮਹਾਰਾਜ ਤੁਹਾਨੂੰ ਨਹੀਂ ਪਤਾ ਬੜੀ ਥਾਈਂ ਮਾਇਆ ਖਰਚ ਨਹੀਂ ਹੁੰਦੀ, ਕੱਲੀਆਂ ਪੌੜੀਆਂ ਹੀ ਪੱਕੀਆਂ ਕਰਾ ਦਈਏ ਲੰਗਰ ਕਿੱਥੋਂ ਚੱਲੂ। ਤੇ ਮਹਾਰਾਜ ਸਰੋਪਾਓ ਨਹੀਂ ਮਾਣ ਕਿੰਨੇ ਸੰਗਤਾਂ ਆਉਂਦੀਆਂ ਨੇਤਾ ਪ੍ਰਤੀ, ਉਹ ਦਸਵੰਧ ਲੈ ਕੇ ਆਇਆਂ ਦਾ ਸਤਿਕਾਰ ਮਾਣ ਕਰਦਿਆਂ ਕਿੰਨੇ ਸਰੋਪਾਓ ਲੱਗਦੇ, ਕਿੰਨੇ ਥਾਣ ਹਜ਼ਾਰਾਂ ਮੀਟਰ ਨੇਤਾ ਪ੍ਰਤੀ ਕੱਪੜਾ ਲੱਗ ਜਾਂਦਾ। ਤੇ ਅਸੀਂ ਮਹਾਰਾਜ ਜਿੰਨੀ ਕੁ ਮਾਇਆ ਗੁਰੂ ਘਰ ਆਉਂਦੀ ਹੈ ਓਨੀ ਮਾਇਆ ਦੇ ਨਾਲ ਮਸਾਂ ਪੂਰੇ ਲੈਂਦੇ ਹਾਂ। ਨੀਠ ਨੀਠ ਕਰ ਸਭ ਨਿਰਬਾਹ, ਤੇ ਅਸੀਂ ਨੀਠ ਕਹੀਏ ਮਸਾਂ ਸਾਰਾ ਪ੍ਰਬੰਧ ਚਲਾਉਂਦੇ ਹਾਂ। ਦੇਤ ਜਹਾਂ ਕਹਤੇ ਜਬ ਚਾਹੈ, ਤੇ ਜਿੱਥੋਂ ਜਿੰਨੀ ਕੁ ਲੋੜ ਹੁੰਦੀ ਮਹਾਰਾਜ ਸੰਕੋਚ ਕੇ ਉੱਥੇ ਧਨ ਵਰਤੀ ਜਾਂਦੇ ਹਾਂ। ਚਹੀਏ ਹੈ ਦਰਬ ਹਜ਼ਾਰਹ ਨੀਤ, ਤੇ ਜਿੱਥੇ ਲੋੜ ਹੁੰਦੀ ਉੱਥੇ ਮਹਾਰਾਜ ਅਸੀਂ ਦੇ ਦਿੰਦੇ ਹਾਂ ਮਾਇਆ ਦੀ ਜਿੰਨੀ ਕੁ ਲੋੜ ਹੁੰਦੀ ਹੈ। ਤੇ ਜਦੋਂ ਚਾਹੁੰਦੇ ਆਦਿਕ ਕਾਰੀਗਰ ਵੀ ਮੰਗਦੇ ਮਹਾਰਾਜ ਦਿਹਾੜੀ ਆਦਿਕ ਮਜ਼ਦੂਰ ਸਭ ਨੂੰ ਦੇਈਦੀ ਹੈ। ਚਾਹੀਏ ਦਰਬ ਹਜ਼ਾਰਾਂ ਨੀਤ, ਮਹਾਰਾਜ ਪ੍ਰਬੰਧ ਚਲਾਉਣ ਵਾਸਤੇ ਹਜ਼ਾਰਾਂ ਮਾਇਆ ਲੱਖਾਂ ਦੀ ਗਿਣਤੀ 'ਚ ਮਾਇਆ ਹਜ਼ਾਰਾਂ ਦਾ ਖਰਚਾ ਨਿਤਾ ਪ੍ਰਤੀ ਲੱਖਾਂ ਦੇ ਹਿਸਾਬ ਨਾਲ ਖਰਚਾ ਹੋ ਰਿਹਾ। ਤੇ ਇੰਨੀ ਮਾਇਆ ਰੋਜ਼ ਆਉਣੀ ਚਾਹੀਦੀ ਫੇਰ ਗੱਲ ਬਣਦੀ ਹੈ। ਤਾਲ ਕਰਨ ਭਾਖਾ ਜਿਸ ਰੀਤ, ਮਹਾਰਾਜ ਜਿਹੜੇ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਨਾ ਸਰੋਵਰ ਬਣੇ ਵੀ ਚੂਨੇ ਦਾ ਸਰੋਵਰ ਬਣੇ, ਇਹਦੇ ਹਿਸਾਬ ਨਾਲ ਤਾਂ ਮਰਜ ਬਹੁਤ ਮਾਇਆ ਰੋਜ਼ ਆਵੇ ਤੇ ਗੱਲ ਬਣਦੀ ਹੈ। ਵੱਡੇ ਯਤਨ ਤੇ ਚੂਨੋ ਹੋਏ, ਤੇ ਕਿਉਂਕਿ ਜਿਹੜਾ ਚੂਨਾ ਮਹਾਰਾਜ ਇਕੱਠਾ ਕਰਨਾ ਵੱਡਾ ਯਤਨ ਚਾਹੀਦਾ, ਉਹ ਰੋੜ ਇਕੱਠੇ ਕਰਨੇ ਜਾਂ ਹੋਰ ਜਿਹੜੇ ਕੁਝ ਉਹ ਚੂਨੇ ਵਾਸਤੇ ਫਿਰ ਉਹਨੂੰ ਧੋਣਾ ਨਤਾਰਨਾ ਫਿਰ ਚੱਕੀਆਂ ਵਿੱਚ ਪੀਣਾ। ਮਹਾਰਾਜ ਸਾਰੇ ਦਿਨ 'ਚ ਥੋੜਾ ਚੂਨਾ ਸੰਗਤਾਂ ਤਿਆਰ ਕਰਦੀਆਂ, ਬੜਾ ਵੱਡਾ ਯਤਨ ਚਾਹੀਦਾ ਹੈ ਚੂਨਾ ਬਣਾਉਣ ਵਾਸਤੇ। ਬਹੁਰ ਮਸਾਲੇ ਭਾਖੈ ਜੋ, ਤੇ ਫਿਰ ਜਿਹੜੇ ਕਾਰੀਗਰ ਉਹਨਾਂ ਦੀ ਪਕਿਆਈ ਵਾਸਤੇ ਮਸਾਲੇ ਕਹਿੰਦੇ ਆ ਵੀ ਆਹ ਮਸਾਲੇ ਇਹ ਚੂਨੇ ਦੇ ਵਿੱਚ ਪੈਣੇ ਆ। ਤੇ ਸੱਚੇ ਪਾਤਸ਼ਾਹ ਜੀ ਜਿੰਨੇ ਵੀ ਜਿਹੜੇ ਮਸਾਲੇ ਪੈਣੇ ਹਨ ਉਹ ਜੋ ਵੀ ਮਸਾਲੇ ਪੈਣੇ ਉਹਦੇ ਵਾਸਤੇ ਵੀ ਕਿੰਨਾ ਕੁਝ ਚਾਹੀਦਾ, ਮਸਾਲਿਆਂ ਵਾਸਤੇ ਬੜੀ ਮਾਇਆ ਲੱਗਦੀ ਹੈ। ਦਰਬ ਖਰਚ ਸੋ ਬੀਚ ਮਿਲਾਵੈ, ਤੇ ਉਹ ਵੀ ਮਹਾਰਾਜ ਪੈਸਾ ਖਰਚ ਕੇ ਮਸਾਲੇ ਲੈ ਕੇ ਆਈਦੇ ਆ ਪਕਿਆਈ ਵਾਸਤੇ ਚੂਨੇ ਵਿੱਚ ਮਿਲਾਉਂਦੇ ਹਾਂ। ਬਹੁ ਨਰ ਮਿਲਹਿ ਤਬੈ ਬਨ ਆਵੈ, ਤੇ ਬੜੇ ਸਿੱਖ ਮਿਲ ਕੇ ਮਸਾਂ ਪੀ ਕੇ ਚੂਨਾ ਬਣਾਉਂਦੇ ਆ। ਰਿਦਾ ਮਸੰਦਨ ਕੋ ਲਖ ਜਾਣਿਓ, ਤੇ ਮਹਾਰਾਜ ਜਾਣਗੇ ਇਹਨਾਂ ਦੀਆਂ ਗੱਲਾਂ ਸੁਣ ਕੇ ਵੀ ਇਹਨਾਂ ਦਾ ਰਿਦਾ ਛੋਟਾ ਹੈ, ਇਹ ਕੰਜੂਸੀ ਕਰਦੇ, ਇਹਨਾਂ ਨੂੰ ਭਰੋਸਾ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਤੇ ਖਜ਼ਾਨੇ ਤੇ। ਇੰਨੀ ਸ਼ਰਧਾ ਨਹੀਂ ਵੀ ਅਸੀਂ ਕਹਿ ਸਕੀਏ ਵੀ ਮਹਾਰਾਜ
ਜਿੱਡਾ ਮਰਜ਼ੀ ਕਾਰਜ ਤੁਸੀਂ ਕਹੋ ਓਡਾ ਹੀ ਆਰੰਭ ਕਰ ਲਓ, ਆਪ ਹੀ ਤੁਸੀਂ ਪੂਰਾ ਕਰਵਾਉਣਾ ਹੈ। ਪਰ ਇਹਨਾਂ ਦੇ ਮਨ ਵਿੱਚ ਸ਼ਰਧਾ ਨਹੀਂ ਹੈ। ਸੱਚੇ ਪਾਤਸ਼ਾਹ ਜੀ ਜਾਣ ਗਏ ਵੀ ਇਹਨਾਂ ਦੇ ਮਨ ਵਿੱਚ ਭਰੋਸਾ ਨਹੀਂ, ਮਨ ਇਹਨਾਂ ਦੇ ਛੋਟੇ ਹਨ। ਸ੍ਰੀ ਮੁਖ ਤੇ ਤਬ ਬਾਕ ਬਖਾਨਿਓ, ਤੇ ਸ਼੍ਰੀ ਮੁਖਾਰਬਿੰਦ ਤੋਂ ਮਹਾਰਾਜ ਜੀ ਇਸ ਤਰ੍ਹਾਂ ਬਚਨ ਆਖਿਆ ਹੈ। ਪੂਰਨ ਖੀਸਾ ਨਿਤ ਸਤਿਗੁਰ ਕੋ, ਕਹਿੰਦੇ ਹੋ ਮਸੰਦੋ ਗੁਰਮੁਖੋ ਭਾਈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਿਹੜਾ ਖੀਸਾ ਹੈ ਨਾ, ਖਜ਼ਾਨਾ ਜੇਬਾ ਹੈ, ਉਹ ਪੂਰੇ ਗੁਰੂ ਦਾ ਪੂਰਾ ਹੈ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ। ਇਹ ਪੂਰੇ ਸਤਿਗੁਰਾਂ ਦਾ ਖਜ਼ਾਨਾ ਵੀ ਸੱਚੇ ਪਾਤਸ਼ਾਹ ਵਾਂਗੂ ਸਮਰੱਥ ਵੱਡਾ ਹੈ। ਕਰਹ ਉਦਾਰ ਆਪਣੇ ਉਰ ਕੋ, ਤੇ ਤੁਸੀਂ ਵੀ ਜਿੱਡਾ ਵੱਡਾ ਗੁਰੂ ਨਾਨਕ ਪਾਤਸ਼ਾਹ ਦਾ ਖਜ਼ਾਨਾ ਹੈ ਨਾ, ਤੇ ਤੁਸੀਂ ਖਜ਼ਾਨਾ ਖਰਚਣ ਵਾਲਿਓ ਆਪਦਾ ਦਿਲ ਓਡਾ ਹੀ ਵੱਡਾ ਕਰਕੇ ਰੱਖੋ। ਜਿੱਡੇ ਵੱਡੇ ਖਜ਼ਾਨੇ ਦੇ ਵਿੱਚੋਂ ਮਾਇਆ ਤੁਸੀਂ ਖਰਚਦੇ ਹੋ ਨਾ, ਜਿੱਡਾ ਵੱਡਾ ਤੁਹਾਡਾ ਗੁਰੂ ਹੈ, ਓਡਾ ਵੱਡਾ ਹੀ ਤੁਸੀਂ ਆਪਦਾ ਦਿਲ ਰੱਖਿਆ ਕਰੋ। ਹਾਥ ਤੁਮਾਰੇ ਖਰਚਾ ਨੀਤੋ, ਤੁਹਾਡੇ ਹੱਥ ਸਾਰਾ ਕੁਝ ਹੈ, ਤੇ ਨਿਤਾ ਪ੍ਰਤੀ ਖੁੱਲਾ ਖਰਚ ਕਰੋ। ਸਰੋਵਰ ਪੱਕਾ ਬਣਨਾ ਚਾਹੀਏ। ਸਰਧਾ ਧਰਹਾ ਕਰੋ ਥਿਰ ਚੀਤ, ਤੇ ਆਪਦੇ ਮਨ ਨੂੰ ਟਿਕਾ ਲਓ ਵੀ ਮਾਇਆ ਖਰੇ ਕੱਲ ਨੂੰ ਆਉਣੀ ਕਿ ਨਹੀਂ ਆਉਣੀ। ਉਹ ਵੀ ਵੇਲਾ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ, ਰਾਤ ਨੂੰ ਭਾਂਡੇ ਵੀ ਮੂੰਹ ਦੇ ਮਰਾ ਦਿਆ ਕਰਦੇ ਸੀ ਗੋਇੰਦਵਾਲ ਸਾਹਿਬ। ਤੋ ਹੇ ਮਸੰਦੋ ਗੁਰਮੁਖੋ ਭਾਈ, ਆਪਦਾ ਮਨ ਵੱਡਾ ਕਰੋ, ਸਤਿਗੁਰਾਂ ਤੇ ਪੂਰਾ ਭਰੋਸਾ ਰੱਖਿਆ ਕਰੋ, ਮਨ ਟਿਕਾਉਣਾ ਕਰੋ। ਟੋਟ ਨਹੀਂ ਕਬ ਇਸ ਕੋ ਹੋਏ, ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਕਦੇ ਕਿਸੇ ਵਸਤੂ ਦੀ ਤੋਟ ਨਹੀਂ ਆਈ ਹੈ। ਸ਼ੰਕਾ ਮਨ ਮਹਿ ਕਰਾ ਨ ਕੋਏ, ਪਰ ਗੱਲ ਇਹ ਵੀ ਤੁਹਾਡੇ ਮਨ ਵਿੱਚ ਸ਼ੰਕਾ ਹੈ ਵੀ ਕਿਤੇ ਗੁਰੂ ਘਰੋਂ ਮਾਇਆ ਨਾ ਮੁੱਕ ਜਾਵੇ। ਇਹ ਆਪਦੇ ਮਨ ਦਾ ਸ਼ੰਕਾ ਦੂਰ ਕਰ ਦਿਓ ਜੀ। ਸਤਿਗੁਰ ਇਮ ਕਹਿ ਬਹੁ ਸਮਝਾਏ, ਇਸ ਤਰ੍ਹਾਂ ਕਹਿ ਕੇ ਮਹਾਰਾਜ ਜੀਆਂ ਮਸੰਦਾਂ ਨੂੰ ਸਮਝਾਇਆ ਬਹੁਤ ਵਾਰ। ਤਉ ਮਸੰਦਨ ਸਰਧਾ ਲਿਆਏ, ਨਹੀਂ ਮਸੰਦਨ ਨਾ ਨੱਡ ਹੋਏ ਤੇ ਤਉ ਮਸੰਦ ਨਾ ਸਰਦਾ ਲਿਆਏ। ਤਾਂ ਵੀ ਮਸੰਦ ਜਿਹੜੇ ਮਨ ਵਿੱਚ ਸ਼ਰਧਾ ਨਾ ਲੈ ਕੇ ਆਏ। ਸਾਧ ਸੰਗਤ ਜੀ ਮਹਾਰਾਜ ਨੇ ਬੜਾ ਸਮਝਾਇਆ ਵੀ ਬੜਾ ਵੱਡਾ ਦਾਰਾ ਹੈ ਭਾਈ, ਪਰ ਇਹਨਾਂ ਦੇ ਮਨ ਵਿੱਚ ਸ਼ਰਧਾ ਨਾ ਆਈ। ਕਹਿਣ ਲੱਗੇ ਜਿਉਂ ਜਿਉਂ ਧਨ ਆਵਹਿ, ਤੇ ਕਹਿਣ ਲੱਗੇ ਜਿਵੇਂ ਜਿਵੇਂ ਮਾਇਆ ਧਨ ਆਈ ਜਾਵੇਗਾ, ਤਿਉਂ ਤਿਉਂ ਸਰ ਕੀ ਕਾਰ ਕਰਾਵਹਿ। ਉਵੇਂ ਮਹਾਰਾਜ ਸਰੋਵਰ ਦੀ ਸੇਵਾ ਕਰਵਾਵਾਂਗੇ। ਭਾਵ ਇਹ ਨਹੀਂ ਵੀ ਸੇਵਾ ਆਰੰਭ ਕਰ ਦਈਏ ਤੇ ਆ ਜਾਵੇਗੀ ਮਾਇਆ ਆਪੇ ਹੀ। ਕਹਿੰਦੇ ਨਹੀਂ, ਮਹਾਰਾਜ ਆਪਦੀ ਸਿਆਣਪ ਜਣਾਉਂਦੇ ਆ। ਮਹਾਰਾਜ ਜਿਵੇਂ ਜਿਵੇਂ ਮਾਇਆ ਆਵੇਗੀ ਉਵੇਂ ਓਨੀ ਕੁ ਆਪਾਂ ਸੇਵਾ ਕਰ ਲਿਆ ਕਰਾਂਗੇ। ਇੱਕ ਦੋਏ ਦਿਨ ਚੂਨਾ ਬਹੁ ਲਾਗਿਓ, ਤੇ ਫਿਰ ਐਂ ਕਹਿ ਕੇ ਚਲੇ ਗਏ। ਮਹਾਰਾਜ ਨੇ ਸਮਝਾਇਆ ਤੇ 2 ਦਿਨ ਤਾਂ ਇਹਨਾਂ ਨੇ ਬੜਾ ਫਿਰ ਚੂਨਾ ਲਾਇਆ। ਭਾਵ ਚੂਨੇ ਦੀ ਚਨਾਈ ਕਰਿਆ ਕਰਨ, ਸੋਹਣਾ ਕਾਰਜ ਆਰੰਭ ਕਰ ਦਿੱਤਾ। ਜਿਵੇਂ ਮਹਾਰਾਜ ਨੇ ਆਖਿਆ ਸੀ ਉਸੇ ਤਰ੍ਹਾਂ ਇੱਟਾਂ ਪੱਕੀਆਂ ਦੇ ਵਿੱਚ ਚੂਨਾ ਲਾ ਲਾ ਕੇ ਵਧੀਆ ਕਾਰਜ ਕਰਦੇ ਰਹੇ ਆ। ਬਾਹਰ ਬਰਜ ਦੀਨ ਸਲਾਬੋ ਜਾਗਿਓ, ਤੇ ਫਿਰ ਜਦੋਂ ਇਹਨਾਂ ਦੇ ਮਨ ਵਿੱਚ ਲਾਲਚ ਜਾਗਿਆ ਵੀ ਮਾਇਆ ਮੁੱਕ ਜਾਣੀ ਹੈ, ਤੇ ਇਹਨਾਂ ਨੇ ਫਿਰ ਮਿਸਤਰੀਆਂ ਨੂੰ, ਕਾਰੀਗਰਾਂ ਨੂੰ ਵਰਜ ਦਿੱਤਾ ਸੀ ਵੀ ਨਹੀਂ, ਕਹਿੰਦੇ ਅਗਲੀ ਇੱਟ ਚੂਨੇ ਦੀ ਲਾ ਦਿਆ ਕਰੋ ਤੇ ਮਗਰ ਗਾਰੇ ਨਾਲ ਠੋਕੀ ਜਾਓ। ਇਸ ਤਰ੍ਹਾਂ ਇਹਨਾਂ ਨੇ ਫਿਰ ਉਹਨਾਂ ਨੂੰ ਕਹਿ ਦਿੱਤਾ ਹੈ। ਏਕ ਈਟ ਹੀ ਬਾਹਰ ਲਗਾਵੈ, ਕਾਰੀਗਰਾਂ ਨੂੰ ਕਹਿੰਦੇ ਵੀ ਇੱਕ ਏਟੀ ਬਾਹਰਲੇ ਪਾਸੇ ਚੂਨੇ ਦੀ ਲਾਉਣੀ ਹੈ। ਪਿੱਛੇ ਕਰਦਮ ਸਗਰੋ ਪਾਵੈ, ਤੇ ਉਹ ਮਿਸਤਰੀ ਫਿਰ, ਕਿਉਂਕਿ ਮਾਇਆ ਫਿਰ ਇਹਨਾਂ ਤੋਂ ਲੈਣੀ ਸੀ ਨਾ ਉਹਨਾਂ ਕਾਰੀਗਰਾਂ ਨੇ ਵੀ, ਉਹ ਕਾਰੀਗਰ ਅਗਲੇ ਜਿਹੜੀ ਮੱਥੇ ਵਾਲੀ ਇੱਟ ਹੁੰਦੀ ਉਹ ਇੱਕ ਇੱਕ ਬਰਾਬਰ ਲਾਈ ਜਾਂਦੇ ਆ ਚੂਨੇ ਨਾਲ, ਤੇ ਮਗਰ ਗਾਰਾ ਲਾਈ ਜਾਂਦੇ ਆ। ਖਰੇ ਮਸੰਦ ਕਾਰ ਕਰਵਾਵੈ, ਤੇ ਮਸੰਦ ਜਿਹੜੇ ਉੱਤੇ ਖੜ ਕੇ ਫਿਰ ਇਸ ਤਰ੍ਹਾਂ ਕਹਿ ਕੇ ਗਾਰਾ ਪਵਾਈ ਜਾਂਦੇ ਹਨ। ਧਨ ਲਗ ਲੱਗ ਹੈ ਤਥਾ ਤਥਾ ਸਮਝਾਵੈ, ਤੇ ਇਹ ਉਵੇਂ ਸਮਝਾਉਂਦੇ ਮਿਸਤਰੀ ਨੂੰ ਵੀ ਜਿਹਦੇ ਨਾਲ ਮਾਇਆ ਥੋੜੀ ਖਰਚ ਆਵੇ, ਖਰਚਾ ਘੱਟ ਹੋਵੇਗਾ। ਨਿਕਟਤ ਨਹਾ ਕੇ ਥਿਤ ਨਿਤ ਰਹੈ, ਤੇ ਰੋਜ਼ ਹੀ ਉਹਨਾਂ ਦੇ ਕੋਲ ਖੜ ਕੇ ਕਰਵਾਉਂਦੇ ਆ ਵੀ ਕਿਤੇ ਮਾਇਆ ਵੱਧ ਨਾ ਖਰਚ ਦੇਣ। ਕਰਹਿ ਕਾਰ ਸਰਸੋ ਜਿਮ ਕਹੈ, ਤੇ ਜਿਵੇਂ ਫਿਰ ਕਹਿੰਦੇ ਸੀ ਨਾ ਉਹ ਫਿਰ ਉਵੇਂ ਹੀ ਸੇਵਾ ਕਰਦੇ। ਭਾਵ ਜਿਹੜੇ ਉਹ ਮਿਸਤਰੀ ਸੀ, ਰਾਜ ਮਿਸਤਰੀ ਚਣਾਈ ਵਾਲੇ, ਜਿਵੇਂ ਮਸੰਦ ਕਹਿੰਦੇ ਉਵੇਂ ਹੀ ਕਰ ਰਹੇ ਹਨ। ਦੇਨ ਲੈਨ ਸਗਰੋ ਵਿਵਹਾਰ, ਕਿਉਂਕਿ ਉਹ ਜਾਣਦੇ ਆ ਵੀ ਸਾਰਾ ਦੇਣ ਲੈਣ ਦਾ ਕੰਮ ਸਾਰਾ ਇਹ ਮਸੰਦਾਂ ਦੇ ਹੱਥ ਵਿੱਚ, ਮਾਇਆ ਦਿਹਾੜੀ ਇਹਨਾਂ ਤੋਂ ਮਿਲਦੀ ਹੈ। ਕਰਹਿ ਮਸੰਦ ਸਦਾ ਆਸਕਾਰ, ਤੇ ਉਹ ਜਾਣ ਕੇ ਨਾ ਫਿਰ ਜਿਹੜੇ ਕਾਰੀਗਰ ਵੀ ਉਹਨਾਂ ਵਾਲਾ ਹੀ ਥੋੜਾ ਰੁਝਾਅ ਜ਼ਿਆਦਾ ਰੱਖਦੇ ਸੀ ਵੀ ਜਿਵੇਂ ਮਸੰਦ ਕਹਿੰਦੇ ਉਵੇਂ ਹੀ ਕਰਦੇ ਸੀ। ਕਿਉਂਕਿ ਇਹਨਾਂ ਨੇ ਦਿਹਾੜੀ ਲੈਣੀ ਹੁੰਦੀ ਸੀ ਇਹਨਾਂ ਤੋਂ। ਮਾਇਆ ਜਦੋਂ ਲੋੜ ਪੈਂਦੀ ਸੀ ਵੱਧ ਫੜ ਲਏ ਤੇ ਫਿਰ ਦਿਹਾੜੀ ਲਾ ਕੇ ਪੂਰੇ ਕਰ ਦਿੱਤੇ। ਇਸ ਤਰ੍ਹਾਂ ਦਾ ਕਾਰਜ ਚੱਲ ਰਿਹਾ। ਮਸੰਦਾਂ ਦੇ ਹੱਥ ਵੱਸ ਸਭ ਕੁਝ ਹੈ। ਸਿੱਖ ਕਰਹਿ ਸੇਵਾ ਟਿਗ ਹੀਰੈ, ਤੇ ਜਿਹੜੀਆਂ ਸੰਗਤਾਂ ਇੱਥੇ ਇੱਟਾਂ ਢੋਂਦੀਆਂ ਨੇ ਨਾ, ਮਿਸਤਰੀਆਂ ਨੂੰ ਲਿਆ ਕੇ ਇੱਟਾਂ ਫੜਾਉਂਦੀਆਂ ਹਨ, ਉਹ ਆ ਕੇ ਜਦੋਂ ਇਹ ਕਾਰਜ ਵੇਖਦੀਆਂ ਵੀ ਅੱਗੇ ਇੱਕ ਇੱਕ ਚੂਨੇ ਦੀ ਲਾਉਂਦੇ, ਮਗਰ ਗਾਰਾ ਪਾਈ ਜਾਂਦੇ ਆ,
ਉਹ ਜਦੋਂ ਸਿੱਖਾਂ ਨੇ ਆ ਕੇ ਵੇਖਣਾ ਤੇ ਜਦੋਂ ਆ ਕੇ ਸੰਗਤਾਂ ਇਹ ਨਿਗਾਹ ਮਾਰਦੀਆਂ ਕਰਦਿਆਂ ਨੂੰ ਮਨ ਅਨ ਖਾਏ ਸੁਖ ਪਹਿ ਕਨੇਰਾ। ਤੇ ਸਿੱਖ ਬੜੇ ਔਖੇ ਹੁੰਦੇ ਤੇ ਬੜਾ ਦੁਖੀ ਹੁੰਦੇ ਵੀ ਇਹ ਕੀ ਕਰੀ ਜਾਂਦੇ ਆ, ਐਡਾ ਮਹਾਰਾਜ ਦਾ ਕਾਰਜ ਹੋ ਰਿਹਾ ਤੇ ਗਾਰਾ ਲਾਈ ਜਾਂਦੇ ਆ ਮਹਾਰਾਜ ਤੋਂ ਚੋਰੀ। ਸਿੱਖ ਵੇਖ ਵੇਖ ਕੇ ਬੜੇ ਔਖੇ ਹੁੰਦੇ ਆ। ਕਹਿਓ ਨਾ ਮਾਨੈ ਕਿਸ ਕੋ ਤੇ ਸੋਈ। ਇਹ ਸਿੱਖ ਕਹਿੰਦੇ ਆ ਭਾਈ ਉਹ ਨਾ ਕਰੋ ਤੁਸੀਂ, ਵੀ ਜਿਵੇਂ ਮਹਾਰਾਜ ਨੇ ਆਖਿਆ ਉਵੇਂ ਕਰੋ ਨਾ। ਤੇ ਮਸੰਦ ਜਿਹੜੇ ਉਹ ਕੁਝ ਹੰਕਾਰੇ ਹੋਏ ਸਤਿਕਾਰ ਮਿਲਣ ਕਰਕੇ ਗੁਰੂ ਘਰੋਂ ਕਿਸੇ ਦੀ ਗੱਲ ਨਹੀਂ ਸੁਣਦੇ, ਜਿਵੇਂ ਮਨ ਆਉਂਦੀ ਕਰਦੇ ਆ। ਕਰਹਿ ਆਪਣੇ ਚਿਤ ਹੋਏ ਜੋਈ। ਤੇ ਜਿਹੜੀ ਆਪਦੇ ਮਨ ਵਿੱਚ ਆਉਂਦੀ ਉਸੇ ਤਰ੍ਹਾਂ ਹੀ ਕਰਵਾਈ ਜਾਂਦੇ ਆ। ਪੁਨ ਸਤ ਗੁਰ ਟਿਗ ਸਿੱਖ ਕਹੰਤੇ। ਤੇ ਫਿਰ ਸਿੱਖ ਜਦੋਂ ਨਾ ਸੁਣੀ ਨਾ ਮਸੰਦਾਂ ਨੇ ਤੇ ਸੰਗਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਸ ਪਹੁੰਚੀਆਂ ਨੇ। ਆਪ ਮਸੰਦ ਨਿਜ ਮਤ ਬਰਤੰਤੇ। ਆਖਿਆ ਸੱਚੇ ਪਾਤਸ਼ਾਹ ਜੀ ਤੁਹਾਡੇ ਮਹਾਰਾਜ ਘਰ ਦੇ ਮਸੰਦ ਜਿਹੜੇ ਆ ਮਹਾਰਾਜ ਆਪਦੇ ਮਨ ਦੀ ਮਤ ਵਰਤ ਰਹੇ ਹਨ। ਬਣਹਿ ਸੁਪਾਨ ਪੰਕ ਲਗਵਾਏ। ਮਹਾਰਾਜ ਜਿਹੜੀਆਂ ਪੌੜੀਆਂ ਬਣਦੀਆਂ ਉਹਦੇ ਚ ਅੱਗੇ ਚੂਨਾ ਥੋੜਾ ਬਹੁਤਾ ਪਾਉਂਦੇ ਤੇ ਸਾਰੀਆਂ ਵਿੱਚ ਗਾਰੇ ਦੀ ਚਣਾਈ ਕਰੀ ਜਾਂਦੇ ਆ। ਕਰ ਏਕ ਈਂਟ ਕੋ ਚੂਨਾ ਲਾਏ। ਇੱਕ ਇੱਕ ਅਗਲੀ ਮੱਥੇ ਵਾਲੀ ਜਿਹੜੀ ਉਹ ਚੂਨਾ ਲਾ ਕੇ ਲਾਈ ਜਾਂਦੇ ਆ। ਮੋਹਰੀ ਕੋ ਦਿਖ ਰਾਵਨ ਕਾਰਨ। ਤੇ ਵੀ ਅਗਲੀ ਦਿਸਦੀ ਰਵੇ ਵੀ ਚੂਨੇ ਦੀ ਚਣਾਈ ਹੋਈ ਹੈ। ਵਿਚਕਾਰ ਜਿਹੜਾ ਭਰਦੇ ਪੌੜੀ ਦਾ ਬੈੱਡ ਸਾਰਾ ਉਹ ਮਹਾਰਾਜ ਗਾਰੇ ਨਾਲ ਪਾ ਦਿੰਦੇ ਆ। ਕਹਿ ਕਾਰੀਗਰ ਕਰਹਿ ਸੁਧਾਰਨ। ਤੇ ਕਾਰੀਗਰ ਜਿਹੜੇ ਮਿਸਤਰੀ ਆਦਿ ਕੋ ਵੀ ਉਹਨਾਂ ਮਗਰੀ ਲੱਗਦੇ ਆ, ਜਿਵੇਂ ਉਹ ਕਹਿੰਦੇ ਉਸੇ ਤਰ੍ਹਾਂ ਹੀ ਉਹ ਕਰੀ ਜਾਂਦੇ ਆ। ਅੰਤਰ ਬਨਹਿ ਨਿਰੰਤਰ ਕਾਚਾ। ਮਹਾਰਾਜ ਜਾਣ ਲਈਏ ਵੀ ਉਹ ਕਾਰ ਜਿਹੜਾ ਕੱਚਾ ਬਣ ਰਿਹਾ ਵੀ ਉਹ ਚੰਗਾ ਨਹੀਂ ਬਣਦਾ। ਮੱਥਾ ਤਾਂ ਠੀਕ ਪੌੜੀ ਦਾ ਪੱਕਾ ਪਰ ਵਿੱਚੋਂ ਕੱਚੀ ਰਹਿੰਦੀ ਹੈ। ਨਹਿ ਨ ਮਸੰਦਨ ਕੋ ਮਨ ਸਾਚਾ। ਮਹਾਰਾਜ ਜਾਣ ਲਓ ਵੀ ਮਸੰਦਾਂ ਦਾ ਮਨ ਸੱਚਾ ਨਹੀਂ, ਮਸੰਦਾਂ ਦੇ ਮਨ ਵਿੱਚ ਝੂਠ ਹੈ, ਫਰੇਬ ਹੈ। ਸੁਣ ਸਿੱਖਣ ਤੇ ਪੁਨ ਬਲਵਾਏ। ਸੁਣ ਕੇ ਸੱਚੇ ਪਾਤਸ਼ਾਹ ਜੀਆਂ ਸਿੱਖਾਂ ਤੋਂ ਮਸੰਦਾਂ ਦੀ ਸ਼ਿਕਾਇਤ ਫਿਰ ਸੱਦਿਆ ਹੈ। ਨਿਕਟ ਦੇਖ ਕਰ ਗੁਰ ਫੁਰਮਾਏ। ਆਪਦੇ ਪਾਸ ਆਇਆਂ ਨੂੰ ਵੇਖ ਕੇ ਮਹਾਰਾਜ ਬੋਲੇ ਆ। ਤਾਲ ਰਚਨ ਮਹਿ ਦੰਭ ਨ ਕਰੀਐ। ਮਹਾਰਾਜ ਕਹਿੰਦੇ ਭਾਈ ਮਸੰਦੋ ਸਰੋਵਰ ਬਣਾਉਣ ਵਿੱਚ ਨਾ ਦੰਭ ਨਾ ਕਰੋ, ਧੋਖਾ ਨਾ ਕਰਨਾ ਕਰੋ, ਫਰੇਬ ਛੱਡ ਦਿਓ ਤੁਸੀਂ। ਇਹ ਸਤ ਗੁਰੂ ਕੋ ਸਦਨ ਵਿਚਰੀਆ ਹੈ। ਤੁਸੀਂ ਕਿਉਂ ਨਹੀਂ ਮਨ ਵਿੱਚ ਜਾਣਦੇ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਘਰ ਬਣ ਰਿਹਾ ਹੈ। ਇਹਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਘਰ ਜਾਣਨਾ ਕਰੋ। ਕਿਉਂ ਸਰਫਾ ਤੁਮ ਡਰ ਕਰ ਤਰੋ। ਤੇ ਕਿਉਂ ਮਾਇਆ ਮੁੱਕ ਜਾਊਗੀ, ਇੱਟਾਂ ਮੁੱਕ ਜਾਣਗੀਆਂ, ਚੂਨਾ ਖਤਮ ਹੋ ਜਾਵੇਗਾ, ਕਿਉਂ ਤੁਸੀਂ ਮਨ ਵਿੱਚ ਡਰ ਰੱਖ ਕੇ ਸਰਫਾ ਕਰਦੇ ਹੋ। ਚੂਨੋ ਸਰਬ ਲਗਾਵਨ ਕਰੋ। ਇਸ ਕਰਕੇ ਗਾਰਾ ਨਾ ਵਰਤੋ, ਤੁਹਾਨੂੰ ਪਹਿਲਾਂ ਵੀ ਆਖਿਆ। ਹੁਣ ਸਾਰੇ ਦਾ ਸਾਰਾ ਚੂਨਾ ਵਰਤਣਾ ਕਰੋ। ਧਨ ਕੀ ਕਮੀ ਨ ਕੋ ਰਹਿ। ਹਾਂ, ਕੋਈ ਧਨ ਦੀ ਕਮੀ ਨਹੀਂ ਰਹੇਗੀ। ਸਾਡੇ ਬਚਨਾਂ ਤੇ ਭਰੋਸਾ ਕਰੋ ਤੁਸੀਂ। ਸਰਧਾ ਧਰਹਿ ਸੇਵ ਜੋਗ ਹੈ। ਆ ਜਿਹੜੀ ਸੇਵਾ ਕਹੀ ਆ ਨਾ ਵੀ ਚੂਨਾ ਹੀ ਲਾਓ ਸਾਰਾ, ਸ਼ਰਧਾ ਰੱਖ ਕੇ ਕਰਕੇ ਵੇਖੋ, ਧਨ ਦੀ ਕੋਈ ਕਮੀ ਨਹੀਂ ਰਹੇਗੀ। ਸੁਨ ਮਸੰਦ ਗਨ ਬਾਕ ਬਖਾਨਿਓ। ਸੁਣ ਕੇ ਮਸੰਦਾਂ ਨੇ ਫਿਰ ਸਾਰਿਆਂ ਨੇ ਮਹਾਰਾਜ ਨੂੰ ਬੋਲਿਆ ਹੈ। ਸਿੱਖਣ ਕਛ ਭੇਵ ਨਹਿ ਜਾਣਿਓ। ਕਹਿੰਦੇ ਮਹਾਰਾਜ ਜਿਹੜੇ ਸਿੱਖ ਸ਼ਿਕਾਇਤਾਂ ਲੈ ਲੈ ਕੇ ਆਉਂਦੇ ਨਾ, ਇਹ ਮਹਾਰਾਜ ਕੀ ਜਾਣਦੇ ਆ ਮਾਇਆ ਬਾਰੇ। ਇਕ ਰਾਵਰ ਟਿਗ ਆਨ ਬਤਾਵੈ। ਵੀ ਇਹਨਾਂ ਨੂੰ ਕੀ ਪਤਾ ਸਿੱਖਾਂ ਨੂੰ ਮਹਾਰਾਜ ਵੀ ਕਿਵੇਂ ਪ੍ਰਬੰਧ ਚੱਲਦੇ ਆ। ਇਹਨਾਂ ਨੂੰ ਤਾਂ ਬਸ ਇੱਕੋ ਗੱਲ ਹੈ ਵੀ ਤੁਹਾਡੇ ਕੋਲ ਆ ਕੇ ਸ਼ਿਕਾਇਤ ਕਰ ਦਿੰਦੇ ਆ। ਦਰਬ ਮਸੰਦ ਨਹੀਂ ਸਰਲਾਵੈ। ਇਹ ਤੁਹਾਡੇ ਕੋਲ ਆ ਕੇ ਕਹਿ ਦਿੰਦੇ ਆ ਵੀ ਮਹਾਰਾਜ ਮਸੰਦ ਜਿਹੜੇ ਧਨ ਸਹੀ ਨਹੀਂ ਖਰਚ ਰਹੇ, ਇੱਟਾਂ ਗਾਰੇ ਨਾਲ ਲਾਉਂਦੇ ਆ। ਸਿੱਖ ਤਾਂ ਮਹਾਰਾਜ ਐਵੇਂ ਤੁਹਾਡੇ ਕੋਲ ਆ ਕੇ ਸ਼ਿਕਾਇਤਾਂ ਕਰੀ ਜਾਂਦੇ ਆ। ਇਹਨਾਂ ਨੂੰ ਕੀ ਪਤਾ ਵੀ ਪ੍ਰਬੰਧ ਗੁਰੂ ਘਰ ਦੇ ਕਿਵੇਂ ਚਲਾਈਦੇ ਆ। ਧਨ ਕੋ ਆਵਨ ਜਾਵਨ ਜੋਈ। ਜਿਹੜਾ ਮਾਇਆ ਲੈ ਕੇ ਆਉਣੀ ਤੇ ਖਰਚਾ ਹੁੰਦਾ ਹੈ, ਤਿਸ ਗਤ ਕੋ ਨਹਿ ਜਾਣੈ ਕੋਈ। ਇਹ ਮਹਾਰਾਜ ਸਿੱਖ ਨਹੀਂ ਨਾ ਜਾਣਦੇ ਵੀ ਕਿਵੇਂ ਮਾਇਆ ਲਿਆਈ ਦੀ ਤੇ ਖਰਚਾ ਇੱਥੇ ਗੁਰੂ ਘਰ ਕਿੰਨਾ ਹੁੰਦਾ। ਕੱਲੀਆਂ ਸ਼ਿਕਾਇਤਾਂ ਹੀ ਲਾਉਂਦੇ ਆ। ਇਹਨਾਂ ਨੂੰ ਨਹੀਂ ਪਤਾ ਵੀ ਕਿਵੇਂ ਗੁਰੂ ਘਰ ਦੇ ਪ੍ਰਬੰਧ ਚੱਲਦੇ ਆ। ਖਰਚ ਹਜ਼ਾਰਾਂ ਕੋ ਨਿਤ ਹੋਵੈ। ਇਹਨਾਂ ਨੂੰ ਨਹੀਂ ਪਤਾ ਵੀ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਰੋਜ਼ ਹੀ ਮਾਇਆ ਦਾ ਖਰਚਾ ਹੁੰਦਾ ਹੈ। ਤਿਸ ਕੋ ਕਹੋ ਕੌਣ ਸਿੱਖ ਜੋਵੈ। ਤੇ ਇਹਨਾਂ ਨੂੰ ਕਦੇ ਕਿਸੇ ਸਿੱਖ ਨੇ ਵੇਖਿਆ
ਵੀ ਮਸੰਦ ਕਿੰਨਾ ਖਰਚਾ ਰੋਜ਼ ਗੁਰੂ ਘਰ ਦਾ ਜਿਹੜਾ ਉਠਾ ਰਹੇ ਆ, ਪ੍ਰਬੰਧ ਚਲਾਉਂਦੇ ਆ। ਹਮਰਾਵਰ ਕੀ ਆਗਿਆ ਪਾਏ। ਸੱਚੇ ਪਾਤਸ਼ਾਹ ਜੀ, ਅਸੀਂ ਤੁਹਾਡੀ ਆਗਿਆ ਵਿੱਚ ਹਾਂ, ਤੁਹਾਡੀ ਆਗਿਆ ਹੁਕਮ ਪ੍ਰਾਪਤ ਕਰਕੇ ਕਹਿ ਕਰ ਗਾਢੀ ਕਾਰ ਕਮਾਏ। ਤੇ ਮਹਾਰਾਜ ਅਸੀਂ ਕਹਿ ਕੇ ਨਾ ਮਿਸਤਰੀਆਂ ਇਹਨਾਂ ਨੂੰ ਸਾਰਿਆਂ ਨੂੰ, ਕਾਰੀਗਰਾਂ ਨੂੰ ਤੇ ਪੱਕੀ ਸੇਵਾ ਕਰਵਾ ਰਹੇ, ਚੰਗੀ ਤਰ੍ਹਾਂ ਹੀ ਕਰਵਾ ਰਹੇ ਹਾਂ। ਇਮ ਕਹਿ ਗਏ ਮਸੰਦ ਮਹਾਨੇ। ਤੇ ਕੋਈ ਗੱਲ ਨਹੀਂ ਮਹਾਰਾਜ, ਜੇ ਕੋਈ ਕੁਚਿਆਈ ਰਹਿ ਗਈ ਤੇ ਅੱਗੇ ਤੋਂ ਅਸੀਂ ਖਿਆਲ ਰੱਖਾਂਗੇ। ਤੇ ਐਂ ਕਹਿ ਕਰਕੇ ਨਾ ਸਾਰੇ ਮਸੰਦ ਵਾਪਸ ਮੁੜ ਗਏ ਹਨ। ਇੱਕ ਦੋ ਦਿਨ ਆਛੀ ਗਤ ਠਾਨੇ। ਤੇ ਫਿਰ ਉਹੀ ਗੱਲ, ਭਰੋਸਾ ਹੈ ਨਹੀਂ ਮਹਾਰਾਜ ਤੇ, ਕੰਮ ਜ਼ਿੰਮੇਵਾਰੀ ਵੱਡੀ ਚੁੱਕ ਲਈ ਤੇ ਭਰੋਸਾ ਹੈ ਨਹੀਂ। 2 ਕੁ ਦਿਨ ਤਾਂ ਸਾਧ ਸੰਗਤ ਜੀ ਇਹਨਾਂ ਨੇ ਉਵੇਂ ਹੀ ਚੂਨੇ ਦੇ ਨਾਲ ਸੋਹਣੀਆਂ ਪੌੜੀਆਂ ਪੱਕੀਆਂ ਬਣਵਾਈਆਂ ਹਨ। ਚੂਨਾ ਅਧਿਕ ਲਗਾਵਨ ਵੀ ਕੀਨਾ। ਚੰਗਾ ਵਧੀਆ ਚੂਨਾ ਲਾ ਲਾ ਕੇ ਸਾਰੀ ਪੌੜੀ ਭਰਦੇ ਬਣਵਾਉਂਦੇ ਆ। ਕੁਛ ਕਤਰਾਸ ਗੁਰ ਦਿਸ਼ ਕੋ ਚੀਨਾ। ਕਿਉਂਕਿ ਥੋੜਾ ਜਿਹਾ ਡਰ ਹੈ ਮਹਾਰਾਜ ਤੋਂ, ਸੱਚੇ ਪਾਤਸ਼ਾਹ ਜੀ ਝਿੜਕਾਂ ਦੇਣਗੇ, ਗੁੱਸੇ ਹੋਣਗੇ। ਥੋੜਾ ਜਿਹਾ ਡਰ ਰੱਖ ਕੇ 2 ਕੁ ਦਿਨ ਤਾਂ ਸੇਵਾ ਚੰਗੀ ਤਰ੍ਹਾਂ ਕਰਵਾਈ ਹੈ। ਕੇਤਿਕ ਦਿਨ ਚਿਨਵਾਵਤ ਰਹੇ। ਵੀ ਕੁਝ ਕੁ 2-4 ਦਿਨ ਇਸ ਤਰ੍ਹਾਂ ਪੱਕੀ ਚਣਵਾਈ ਕਰਾਉਂਦੇ ਰਹੇ ਆ। ਪੁਨਹ ਆਮਦਨ ਲਗ ਧਨ ਲਹੇ। ਤੇ ਫਿਰ ਇਹਨਾਂ ਨੇ ਜਾਣਿਆ ਵੀ ਆਮਦਨ ਥੋੜੀ ਹੈ, ਵੀ ਉਹ ਮਨ ਵਿੱਚ ਫਿਰ ਉਹੀ ਡਰ ਰਹਿੰਦਾ ਵੀ ਨਹੀਂ ਅਸੀਂ ਕਰਦੇ ਹਾਂ ਤੇ ਗੁਰੂ ਘਰ ਦੇ ਪ੍ਰਬੰਧ ਹੋ ਰਹੇ, ਵੀ ਅਸੀਂ ਹੁਣ ਜਾਂ ਸੰਗਤਾਂ ਤੋਂ ਇੰਨੀ ਕੁ ਮਾਇਆ ਸਾਨੂੰ ਮਿਲਦੀ ਹੈ ਨਾ ਕਿ ਅਸੀਂ ਪ੍ਰਬੰਧ ਕਰਾਂਗੇ। ਉਹੀ ਛੋਟੀ ਸੋਚ, ਮਹਾਰਾਜ ਤੇ ਭਰੋਸਾ ਨਾ ਹੈ। ਤੇ 2-4 ਦਿਨ ਜਿਹੜਾ ਪੌੜੀਆਂ ਚੰਗੀ ਤਰ੍ਹਾਂ ਬਣਵਾਈਆਂ ਤੇ ਫਿਰ ਡਰ ਗਏ ਵੀ ਮਾਇਆ ਫਿਰ ਮੁੱਕ ਜਾਣੀ ਹੈ। ਇਸ ਤਰ੍ਹਾਂ ਮਨ ਵਿੱਚ ਡਰਦੇ ਵਿਚਾਰਦੇ ਆ। ਕਰਨ ਲੱਗੇ ਤੈਸੀ ਵਿਧਕਾਰ। ਤੇ ਫਿਰ ਉਸੇ ਤਰ੍ਹਾਂ ਹੀ ਉਹ ਗਾਰੇ ਨਾਲ ਇੱਟਾਂ ਲਾਈ ਜਾਂਦੇ, ਮੱਥਾ ਚੂਨੇ ਨਾਲ ਬਣਾਈ ਜਾਂਦੇ ਆ। ਉਹੀ ਕੰਮ ਫੇਰ ਕਰਨ ਲੱਗ ਪਏ ਆ। ਲਗ ਚੂਨਾ ਇੱਕ ਈਂਟ ਮਝਾਰ। ਵੀ ਥੋੜਾ ਜਿਹਾ ਚੂਨਾ ਲਾ ਕੇ ਅਗਲੀਆਂ ਇੱਟਾਂ ਖੜੀਆਂ ਕਰ ਦਿੰਦੇ ਆ। ਦੇਖ ਸਿੱਖ ਨਹਿ ਸਕਹਿ ਸਹਾਰੇ। ਹੁਣ ਸੰਗਤਾਂ ਕਿੱਥੇ ਸਹਾਰਦੀਆਂ ਵੀ ਗੁਰੂ ਘਰ ਦਾ ਦਰਬਾਰ ਐ ਕੱਚਾ ਪੱਕਾ ਜਿਹਾ ਬਣੇ। ਸੰਗਤਾਂ ਗੁੱਸਾ ਕਰਦੀਆਂ ਭਈ ਹੁਣ ਵੀ ਜਦੋਂ ਕੋਈ ਪ੍ਰਬੰਧ ਹੁੰਦਾ ਹੈ ਨਾ, ਤੋ ਜੇ ਤਾਂ ਚੱਜ ਨਾਲ ਲਾਇਆ ਜਾਵੇ ਮਾਇਆ ਤੇ ਸੰਗਤ ਬਹੁਤ ਪ੍ਰਸੰਨ ਹੁੰਦੀ ਹੈ। ਫਿਰ ਉਗਰਾਹੀਆਂ ਸਾਧ ਸੰਗਤ ਜੀ ਜਲਦੀ ਵਧਣ ਲੱਗ ਜਾਂਦੀਆਂ ਗੁਰੂ ਘਰ ਦੇ ਪ੍ਰਬੰਧ ਵਾਸਤੇ। ਸੰਗਤਾਂ ਫਿਰ ਮਨ ਖੋਲ ਕੇ ਉਹ ਮਾਇਆ ਦਿੰਦੀਆਂ ਜਦੋਂ ਅੱਗੇ ਕੋਈ ਕੰਮ ਸੋਹਣਾ ਹੁੰਦਾ ਦਿਸਦਾ। ਤੋ ਪਰ ਇਹ ਜਦੋਂ ਐਂ ਕਰਦੇ ਫਿਰ ਸੰਗਤਾਂ ਦੁਖੀ ਹੁੰਦੀਆਂ। ਸੰਗਤਾਂ ਬਹੁਤ ਮਨ ਵਿੱਚ ਗੁੱਸਾ ਕਰਦੀਆਂ ਇਹਨਾਂ ਦੀ ਖੁਟਿਆਈ ਵੇਖ ਕੇ। ਸਤਿਗੁਰ ਵੱਡ ਬੁਨਿਆਦ ਉਚਾਰੇ। ਤੇ ਕਹਿੰਦੇ ਆ ਸਿੱਖ ਆਪਸ ਵਿੱਚ ਗੱਲਾਂ ਕਰਦੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਬੜੀ ਕਹਿੰਦੇ ਵੀ ਇਹਦੀ ਮਨਿਆਦ ਬਹੁਤ ਹੋਵੇਗੀ, ਤਾਂ ਜੁਗਾਂ ਜੁਗਾਂ ਤੱਕ ਸਥਾਨ ਕਾਇਮ ਰਹੇਗਾ। ਕਾਰ ਮਸੰਦ ਬਣਾਵਹਿ ਦੰਭਾ। ਪਰ ਜਿਹੜੀ ਮਸੰਦ ਕੰਮ ਕਰ ਰਹੇ ਆ ਨਾ, ਪਖੰਡ ਕਰਦੇ ਆ, ਅੱਗੇ ਵਿਖਾਉਣ ਵਾਸਤੇ ਚੂਨਾ ਲਾਈ ਜਾਂਦੇ, ਵਿੱਚ ਗਾਰੇ ਨਾਲ ਇੱਟਾਂ ਭਰਦੇ ਵੀ ਗੁਰੂ ਮਹਾਰਾਜ ਤਾਂ ਕਹਿੰਦੇ ਬੜੀ ਲੰਮੀ ਮਨਿਆਦ ਹੋਵੇਗੀ। ਪਰ ਜਿਹੜਾ ਕੁਝ ਇਹ ਮਸੰਦ ਕਰ ਰਹੇ ਧੋਖਾ ਧੜੀ, ਦਿਸ਼ ਦੋ ਨਹਤੇ ਹੋਤ ਅਚੰਭਾ। ਵੀ ਇਹ ਤਾਂ ਗੱਲਾਂ ਰਲਦੀਆਂ ਹੀ ਨਹੀਂ ਦੋਵੇਂ। ਵੀ ਇੱਕ ਇੰਨਾ ਚਿਰ ਫਿਰ ਕਿਵੇਂ ਖੜੇਗੀ ਇਹ ਮਨਿਆਦ, ਤਾਂ ਇੰਨੀ ਹੋਣੀ ਨਹੀਂ ਵੀ ਗਾਰਾ ਲਾਇਆ ਮਨਿਆਦ ਕਿੱਥੋਂ ਬਣ ਜਾਵੇਗੀ। ਸੱਚੇ ਪਾਤਸ਼ਾਹ ਜੀ ਕਹਿੰਦੇ ਸਰੋਵਰ ਦੀ ਮਨਿਆਦ ਬਹੁਤ ਹੋਵੇਗੀ, ਪਵਿੱਤਰ ਸਰੋਵਰ ਹੈ, ਇਹ ਤਾਂ ਜੁਗਾਂ ਜੁਗਾਂ ਤੱਕ ਰਹੇਗਾ। ਪਰ ਜਿਵੇਂ ਮਸੰਦ ਕਰਦੇ ਆ ਐਂ ਤਾਂ ਗੱਲ ਨਹੀਂ ਨਾ ਬਣਨੀ, ਤਾਂ ਇੱਟਾਂ ਹੋਰ 2-4-10 ਸਾਲਾਂ ਤੱਕ ਉਖੜ ਜਾਣਗੀਆਂ। ਰਹਿ ਨਾ ਸਕਹਿ ਮਿਲ ਗੁਰ ਟਿਗ ਆਏ। ਤੇ ਸੰਗਤਾਂ ਵਿਚਾਰੀਆਂ ਤੁਰਿਆ ਨਾ ਗਿਆ ਵੀ ਅਸੀਂ ਸਾਰਾ ਦਿਨ ਬੱਠਲ ਢੋਣੇ ਆ ਤੇ ਆਪਦੀ ਮਰਜ਼ੀ ਕਰਦੇ ਆ। ਅਸੀਂ ਤਾਂ ਇੱਟਾਂ ਪਕਾਈਆਂ, ਕੂੜਾ ਇਕੱਠਾ ਕਰ ਕਰਕੇ ਭਾਈ ਬਹਿਲੋ ਜੀ ਵਰਗਿਆਂ ਲਿੱਦ ਸੁੱਟ ਕੇ ਤਾਂ ਇੱਟਾਂ ਪਕਾਈਆਂ ਵੀ ਮਹਾਰਾਜ ਦੀ ਸੇਵਾ ਚੰਗੀ ਤਰ੍ਹਾਂ ਹੋਵੇ। ਤੇ ਉਹ ਸਾਰਾ ਕੁਝ ਸੰਗਤਾਂ ਕਰ ਕਰਾ ਕੇ ਹੰਬ ਜਾਂਦੀਆਂ ਨੇ ਤੇ ਇਹ ਗਾਰੇ ਨਾਲ ਲਵਾਈ ਜਾਂਦੇ ਆ। ਇਹ ਸਾਰਾ ਕੁਝ ਵੇਖ ਕੇ ਸੰਗਤਾਂ ਤੁਰਿਆ ਨਾ ਗਿਆ। ਤੀਜੀ ਵਾਰੀ ਫਿਰ ਮਹਾਰਾਜ ਕੋਲ ਪਹੁੰਚ ਗਈਆਂ ਹਨ। ਜਹ ਬੈਠੇ ਗੁਰ ਸਹਿਜ ਸੁਭਾਏ। ਤੇ ਜਿੱਥੇ ਸੱਚੇ ਪਾਤਸ਼ਾਹ ਜੀ ਗੁਰੂ ਗਰੀਬ ਨਵਾਜ ਸੁਤੇ ਸਿੱਧ ਸਜੇ ਹੋਏ ਹਨ। ਕਰ ਜੋਰਤ ਕਹਿ ਸਿੱਖ ਸਮੁਦਾਏ। ਸਾਰੀਆਂ ਸਿੱਖ ਸੰਗਤਾਂ ਨੇ ਹਜ਼ੂਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਸਰਸਾ ਪਾਨਣ ਪੰਕ ਲਗਾਏ। ਵੀ ਮਹਾਰਾਜ ਉਹ ਮਸੰਦ ਫਿਰ ਉਹੀ ਕੰਮ ਕਰੀ ਜਾਂਦੇ ਆ। ਇੱਟਾਂ ਜਿਹੜੀਆਂ ਲਾਉਂਦੇ ਪਏ ਆ ਪੌੜੀਆਂ ਦੇ ਵਿੱਚ, ਮਹਾਰਾਜ ਉਹ ਸਾਰੀਆਂ ਗਾਰੇ ਵਿੱਚ ਲਾਈ ਜਾਂਦੇ ਆ। ਕਹੇ ਆਪ ਕੇ ਲਾਵੈ ਕਬੈ। ਵੀ ਮਹਾਰਾਜ ਜਦੋਂ ਤੁਸੀਂ ਕਹਿ ਦਿੰਦੇ ਹੋ ਤੇ 2-4 ਦਿਨ ਤਾਂ ਚੱਜ ਨਾਲ ਚੂਨੇ ਨਾਲ ਲਾ ਦਿੰਦੇ ਆ। ਚੂਨੇ ਸੰਗ ਈਟ ਕਾ ਸਬੈ। ਵੀ ਕੁਝ ਕੁ ਦਿਨ ਤੋਂ ਹੱਥੋਂ ਡਰ ਕੇ ਸਾਰੀਆਂ ਇੱਟਾਂ ਚੂਨੇ ਚ ਲਾਉਣ ਲੱਗ ਜਾਂਦੇ ਆ। ਨਾਹੀਂ ਤਾਂ ਕਰਦਮ ਸੋਚ ਨਵਾਵਤ। ਤੇ ਨਹੀਂ ਤਾਂ ਮਹਾਰਾਜ ਅੱਗੇ ਚੂਨੇ ਨਾਲ ਚਿਣ ਕੇ ਤੇ ਪਿੱਛੇ ਇੱਟਾਂ ਦਾ ਜਿਹੜਾ ਬੈੱਡ ਪੌੜੀਆਂ ਦਾ ਭਰਦੇ ਆ,
ਉਹ ਸਾਰੇ ਦਾ ਸਾਰਾ ਗਾਰੇ ਨਾਲ ਲਾਈ ਜਾਂਦੇ ਹਨ ਮੋਹਰੀ ਮਹਿ ਚੂਨਾ ਲਗਵਾਵਤ ਤੇ ਵਿਖਾਉਣ ਵਾਸਤੇ ਅਗਲੀ ਜਿਹੜੀ ਕਤਾਰ ਇੱਟਾਂ ਦੀ ਅਗਲੇ ਵਾਰ ਦੇ ਵਿੱਚ ਉਹ ਚੂਨਾ ਲਾਈ ਜਾਂਦੇ ਆ ਤ੍ਰਿਤੀ ਬਾਰ ਸੁਨ ਕਰ ਖੁਟਿਆਈ ਤੇ ਮਹਾਰਾਜ ਨੇ ਜਦੋਂ ਤੀਜੀ ਵਾਰੀ ਸੁਣਿਆ ਵੀ ਨਹੀਂ ਹਟਦੇ ਆਪਦੇ ਕੰਮ ਕਰਨੋਂ ਖਟਿਆਈ ਰੱਖਦੇ ਮਨ ਦੇ ਵਿੱਚ ਕੋ ਛੋਰਿਸ ਕਰ ਗੁਰ ਗਿਰਾ ਅਲਾਈ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨਾ ਵੀ ਗੁਰੂ ਘਰ ਦਾ ਵੀ ਇੰਨੀ ਮਾਇਆ ਬੇਕਾਰ ਜਾਊਗੀ ਸੱਚੇ ਪਾਤਸ਼ਾਹ ਜੀ ਤਾਂ ਸ਼ਾਂਤੀ ਸਰੂਪ ਹੈ ਪਰ ਮਹਾਰਾਜ ਗਰੀਬ ਨਵਾਜ ਜੀਆਂ ਫਿਰ ਐਵੇਂ ਗੁੱਸੇ ਵਿੱਚ ਹੋ ਕਰਕੇ ਥੋੜਾ ਜਿਹਾ ਗਰੀਬ ਨਵਾਜ ਜੀਆਂ ਗੁਰੂ ਘਰ ਦੇ ਮਾਇਆ ਉਹ ਖਰਾਬ ਹੁੰਦੀ ਵੇਖ ਕੇ ਮੁਖੋਂ ਇਹ ਬਚਨ ਕਹਿ ਦਿੱਤੇ ਐ ਸ਼੍ਰੀ ਅੰਮ੍ਰਿਤਸਰ ਕੀ ਬੁਨਿਆਦ ਮਹਾਰਾਜ ਸਿੱਖਾਂ ਨੂੰ ਕਹਿੰਦੇ ਭਾਈ ਗੁਰਸਿੱਖ ਸੰਗਤ ਜੀ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੀ ਜਿਹੜੀ ਬੁਨਿਆਦ ਹੈ ਭਈ ਸਥਿਰ ਕਬ ਹੋਏ ਨ ਬਾਦ ਵੀ ਇਹ ਤਾਂ ਸਰੋਵਰ ਰਹੂਗਾ ਸਥੇਰੀ ਇਹ ਕਦੇ ਇਹਦੇ ਵਿੱਚ ਜਿਹੜੀ ਵੈ ਵਿਅਰਥ ਨਹੀਂ ਹੋਵੇਗਾ ਇਹ ਢਹੇਗਾ ਨਹੀਂ ਵੀ ਸਰੋਵਰ ਜਿਹੜਾ ਇਹ ਲੱਗ ਗਿਆ ਇਹ ਤਾਂ ਜਿਹੜਾ ਹੈ ਨਾ ਉਹ ਜਾਏਗਾ ਨਹੀਂ ਕਿਤੇ ਸਿੱਖਾਂ ਦੀ ਘਾਲਣਾ ਸੇਵਾ ਬਿਰਥੀ ਨਹੀਂ ਜਾਏਗੀ ਸਰੋਵਰ ਤਾਂ ਜੁਗੋ ਜੁਗ ਅਟਲ ਰਹੇਗਾ ਹੀ ਏਕ ਬਾਰ ਇਹ ਜਾਏ ਬਿਦਾਰਾ ਪਰ ਇਹਨਾਂ ਵੀ ਜਿਹੜਾ ਕਰਤੂਤ ਇਹ ਕਰ ਰਹੇ ਆ ਨਾ ਮਸੰਦ ਇਸ ਕਰਕੇ ਅਸੀਂ ਜਾਣਿਆ ਤੇ ਇਹ ਕਹਿ ਰਹੇ ਬਚਨ ਵੀ ਇਹ ਸਰੋਵਰ ਇੱਕ ਵਾਰੀ ਢਹੇਗਾ ਹੁਣ ਇੱਕ ਵਾਰੀ ਸਰੋਵਰ ਜਿਹੜਾ ਜਿਵੇਂ ਇਹਨਾਂ ਨੇ ਬਣਾਇਆ ਹੈ ਇਹ ਬਣਨਾ ਤਾਂ ਪੱਕਾ ਹੀ ਹੈ ਕਿਉਂਕਿ ਸਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹੋਏ ਸੀ ਵੀ ਸਰੋਵਰ ਪੱਕਾ ਬਣੇ ਤੇ ਜੁਗੋ ਜੁਗ ਅਟਲ ਹੋਵੇ ਸਰੋਵਰ ਰਹੂਗਾ ਤਾਂ ਜੁਗੋ ਜੁਗ ਅਟਲ ਹੀ ਪਰ ਜਿਵੇਂ ਇਹਨਾਂ ਨੇ ਬਣਾਇਆ ਹੈ ਇਹਨਾਂ ਦਾ ਬਣਾਇਆ ਸੰਗਤਾਂ ਰਹਿਣ ਨਹੀਂ ਦੇਣਗੀਆਂ ਇੱਕ ਸਮਾਂ ਆਵੇਗਾ ਇਹ ਸਰੋਵਰ ਢਹਿ ਕੇ ਦੁਬਾਰਾ ਬਣਾਇਆ ਜਾਵੇਗਾ ਸਿੱਖ ਆਪੇ ਬਣਾਉਣਗੇ ਬਨਹਿ ਨਵੀਨ ਫੇਰ ਸਰ ਸਾਰਾ ਇਹ ਸਾਰਾ ਸਰੋਵਰ ਮੁੱਢ ਤੋਂ ਦੁਬਾਰਾ ਫਿਰ ਸੁੰਦਰ ਬਣੇਗਾ ਪੱਕਾ ਇਨਹਿ ਜੋ ਪੋਲ ਬਨਾਵਨ ਕੀਨ ਤੇ ਜਿਹੜੀਆਂ ਪੌੜੀਆਂ ਨਾ ਮਸੰਦਾਂ ਨੇ ਮਨ ਵਿੱਚ ਖੋਟ ਰੱਖ ਕੇ ਬਣਾਉਣੀਆਂ ਕੀਤੀਆਂ ਹਨ ਪੋਲੀ ਜਰ ਆਪਣੀ ਕਰ ਲੀਨਾ ਇਹ ਗੁਰੂ ਕੇ ਸਰੋਵਰ ਦਾ ਤਾਂ ਕੁਝ ਨਹੀਂ ਵਿਗੜਿਆ ਤੇ ਮਸੰਦਾਂ ਨੇ ਆਪਦੀ ਜੜ ਪੋਲੀ ਆਪ ਹੀ ਕਰ ਲਈ ਆਪਦੀ ਪੌੜੀਆਂ ਨਹੀਂ ਪੋਲੀਆਂ ਬਣੀਆਂ ਮਸੰਦਾਂ ਦੀ ਜੜ ਪੋਲੀ ਹੋ ਗਈ ਹੈ ਜਬ ਮਸੰਦ ਬਿਨ ਸਹਿ ਨਹਿ ਰਹੈ ਤੇ ਇਹ ਜਿਹੜਾ ਸਮਾਂ ਆਵੇਗਾ ਸੰਗਤ ਜੀ ਇਹਨਾਂ ਜੜ ਪੋਲੀ ਕਰ ਲਈ ਪੌੜੀਆਂ ਪੋਲੀਆਂ ਬਣਾ ਕੇ ਇੱਕ ਸਮਾਂ ਆਵੇਗਾ ਜਦੋਂ ਇਹ ਸਾਰੇ ਮਸੰਦ ਨਹੀਂ ਰਹਿਣਗੇ ਮਸੰਦ ਪ੍ਰਥਾ ਹਟ ਜਾਵੇਗੀ ਸੰਗਤ ਵੇਖੈ ਨ ਢੋਈ ਲਹੈ ਤੇ ਇਹਨਾਂ ਨੂੰ ਸੰਗਤ ਮੂੰਹ ਨਹੀਂ ਲਾਇਆ ਕਰੇਗੀ ਸੰਗਤ ਵਿੱਚ ਢੋਈ ਨਹੀਂ ਮਿਲੇਗੀ ਮਸੰਦਾਂ ਨੂੰ ਤਬ ਮੇਰੇ ਸਿੱਖ ਹੋਏ ਵਿਸਾਲਾ ਤੇ ਉਹਨੇ ਸਮੇਂ ਨੂੰ ਸਾਡੇ ਸਿੱਖ ਬੜੇ ਬਲ ਵਾਲੇ ਤੇ ਬਹੁਤ ਗਿਣਤੀ ਵਿੱਚ ਹੋ ਜਾਵਣਗੇ ਕਾਰ ਸੰਭਾਲਣਗੇ ਇਸ ਤਾਲਾ ਤੇ ਇਹ ਸਾਰੀ ਕਾਰ ਸੇਵਾ ਆਪ ਕਰਨਗੇ ਸਿੱਖ ਸੰਗਤਾਂ ਸਰੋਵਰ ਨੂੰ ਦੁਬਾਰਾ ਆਪਦੇ ਹੱਥੀਂ ਪੱਕਾ ਬਣਾਉਣਗੇ ਈਂਟ ਸੁਚੂਨਾ ਅਧਿਕ ਲਗਾਵਹਿ ਤੇ ਇਹ ਇੱਟਾਂ ਲਾਉਣਗੇ ਪੱਕੀਆਂ ਤੇ ਚੂਨਾ ਲਾ ਲਾ ਕੇ ਪੱਕਾ ਸਰੋਵਰ ਬਣਾਉਣਗੇ ਪਵਰੀ ਪਾਕੀ ਪਰਮ ਬਣਾਵਹਿ ਤੇ ਪੱਕੀਆਂ ਪੌੜੀਆਂ ਸੋਹਣੀਆਂ ਬਣਾਉਣਗੇ ਵੱਡੀਆਂ ਹੀ ਸਰ ਕੀ ਜਰਾ ਸਥਿਰ ਜੋ ਕਰੈ ਤੇ ਜਿਹੜਾ ਸਰੋਵਰ ਦੀਆਂ ਜੜਾਂ ਪੱਕੀਆਂ ਕਰ ਦੇਵੇਗੀ ਆਪਣ ਸਥਿਰਤਾ ਕੋ ਸੋ ਭਰੈ ਭਾਵ ਜਿਹੜੇ ਸਿੱਖ ਸਰੋਵਰ ਦੀ ਪੱਕੀ ਕਰਨ ਦੀ ਸੇਵਾ ਕਰਨਗੇ ਆਪਦੀਆਂ ਜੜਾਂ ਪੱਕੀਆਂ ਕਰ ਲੈਣਗੇ ਤੇ ਮਸੰਦਾਂ ਨੇ ਸਰੋਵਰ ਦੀ ਜਿਹੜੀ ਪੌੜੀ ਕੱਚੀ ਰੱਖੀ ਹੈ ਤੇ ਇਹ ਆਪਦੀਆਂ ਜੜਾਂ ਪੋਲੀਆਂ ਕਰ ਗਏ ਹਨ ਦੰਭ ਮਸੰਦਨ ਕੀਨ ਜੋ ਤਾਲਾ ਆ ਜਿਹੜਾ ਸਰੋਵਰ ਬਣਾਉਂਦਿਆਂ ਹੋਇਆਂ ਮਸੰਦਾਂ ਨੇ ਪਖੰਡ ਕੀਤਾ ਵਿਖਾਉਣ ਮਾਤਰ ਅੱਗੇ ਇੱਕ ਇੱਕ ਪੌੜੀ ਪੱਕੀ ਤੇ ਵਿਚਕਾਰ ਗਾਰਾ ਲਾਇਆ ਜਿਹੜਾ ਇਹਨਾਂ ਨੇ ਪਖੰਡ ਦੰਭ ਧੋਖਾ ਕੀਤਾ ਹੈ ਜੜ ਨਾ ਰਹਿ ਇਨ ਕੀ ਚਿਰਕਾਲਾ ਤੇ ਜਾਣ ਲੈਣਾ ਸੰਗਤ ਜੀ ਜਿਵੇਂ ਪੌੜੀਆਂ ਨਹੀਂ ਨਾ ਬਾਹਲਾ ਲੰਮਾ ਸਮਾਂ ਰਹਿਣੀਆਂ ਇਹਨਾਂ ਮਸੰਦਾਂ ਦੀ ਜੜ ਨਹੀਂ ਰਹੇਗੀ ਪੂਰਬ ਇਨ ਕੋ ਬ੍ਰਿੰਦ ਬਿਨਾਸਾ ਪਹਿਲਾਂ ਇਹਨਾਂ ਸਾਰਿਆਂ ਦਾ ਨਾਸ਼ ਹੋਵੇਗਾ ਪੁਨ ਸਰ ਟਹਿ ਕਰ ਬਨਹਿ ਪ੍ਰਕਾਸ਼ਾ ਤੇ ਫਿਰ ਸਰੋਵਰ ਢਹੇਗਾ ਤੇ ਫਿਰ ਦੁਬਾਰਾ ਨਵਾਂ ਪੱਕਾ ਸਰੋਵਰ ਬਣੇਗਾ ਹੁਣ ਹਾਰ ਇਨ ਤੇ ਕਰਵਾਵਹਿ ਤੇ ਇਹ ਸੰਗਤ ਜੀ ਇਹਨਾਂ ਦੇ ਵਸ ਨਹੀਂ ਹੈ 3 ਵਾਰੀ ਅਸੀਂ ਸਮਝਾਇਆ ਹੈ ਇਹ ਹੋਣੀ ਹੈ ਜਿਹੜੀ ਇਹਨਾਂ ਦੇ ਸਿਰ ਚੜ ਕੇ ਬੋਲਦੀ ਇਹਨਾਂ ਦੀ ਜੜ ਪੁੱਟੀ ਜਾਣੀ ਹੈ ਇਹ ਆਪਦੀ ਜੜ ਇਹਨਾਂ ਨੇ ਨਾਸ਼ ਕਰਾਉਣੀ ਆ ਆਪਦਾ ਨਾਸ਼ ਕਰਾਉਣਾ ਹੈ ਹੋਣੀ ਸਿਰ ਚੜ ਕੇ ਨਾ ਤੋਂ ਆਪ ਕਰਵਾ ਰਹੀ ਹੈ ਤਾਂ ਪੌੜੀ ਕੱਚੀ ਰੱਖਦੇ ਹੈ ਫਲ ਕੋ ਪਾਵਹਿ ਤਬ ਪਛਤਾਵਹਿ ਤੇ ਜਦੋਂ ਇਹਨਾਂ ਨੂੰ ਫਲ ਮਿਲੇਗਾ ਨਾ ਗੁਰੂ ਘਰ ਵਿੱਚ ਕੀਤੀ ਹੋਈ ਖਟਿਆਈ ਦਾ ਉਦੋਂ ਫਿਰ ਇਹਨਾਂ ਨੂੰ ਪਤਾ ਲੱਗੇਗਾ ਫਿਰ ਪਛਤਾਉਣਗੇ ਦੇਹ ਭਾਵਨੀ ਕੋ ਫਲ ਤਾਲ ਆ ਜਦੋਂ ਇਹਨਾਂ ਨੂੰ ਸਰੋਵਰ ਦੇ ਵਿੱਚ ਕੀਤੀ ਹੋਈ ਖਟਿਆਈ ਦਾ ਮਨ ਵਿੱਚ ਪਾਪ ਰੱਖ ਕੇ ਸਰੋਵਰ ਦੀ ਜਿਵੇਂ ਸੇਵਾ ਕੀਤੀ ਨਾ
ਸਮਾਂ ਆਉਣ ਤੇ ਇਹਨੂੰ ਇੱਕ ਨਾ ਇੱਕ ਦਿਨ ਇਹਨਾਂ ਸਾਰਿਆਂ ਨੂੰ ਇਹਦਾ ਫਲ ਮਿਲੇਗਾ ਮਸੰਦਾਂ ਨੂੰ। ਅਬ ਕਿਆ ਕਹਿਨ ਬਨੈ ਇਨ ਤੇ ਨਾਲ। ਅਸੀਂ ਹੁਣ ਸੰਗਤ ਜੀ ਕਿੰਨੀ ਵਾਰੀ ਕਹਿ ਦਿੱਤਾ, ਹੁਣ ਕੁਝ ਨਹੀਂ ਕਹਿਣਾ ਇਹਨਾਂ ਨੂੰ ਵਾਰ-ਵਾਰ ਕਿਹਾ ਹੋਇਆ, ਹੁਣ ਕੀ ਬਣਦਾ, ਹੁਣ ਕਹਿਣਾ ਨਹੀਂ ਬਣਦਾ। ਇੱਕ ਵਾਰੀ ਬੰਦਾ ਮੰਨ ਲੈਂਦਾ, 2 ਵਾਰੀ 3-3 ਵਾਰੀ ਇਹਨਾਂ ਨੂੰ ਆਖਿਆ, ਪਰ ਸੰਗਤ ਜੀ ਹੁਣ ਨਹੀਂ ਅਸੀਂ ਕਹਾਂਗੇ, ਮਹਾਰਾਜ ਨੇ ਬਚਨ ਕਹੇ ਤੇ ਆਪਦੀ ਜੜ ਇਹਨਾਂ ਨੇ ਆਪ ਹੀ ਪੁੱਟੀ ਪੋਲੀ ਰੱਖ ਲਈ ਹੈ। ਤੋ ਸਰੋਵਰ ਇੱਕ ਵਾਰੀ ਢਵੇਗਾ ਤੇ ਸੰਗਤਾਂ ਬਣਾ ਲੈਣਗੀਆਂ। ਫਿਰ ਸਾਧ ਸੰਗਤ ਜੀ ਸਰੋਵਰ ਦੀ ਉਹ ਜਦੋਂ ਪੂਰ ਦਿੱਤਾ ਸੀ ਗਾਈਆਂ ਤੇ ਮਿੱਟੀ ਦੇ ਨਾਲ, ਤੇ ਸੰਗਤਾਂ ਨੇ ਫਿਰ ਉਦੋਂ ਸਾਰਾ ਸਰੋਵਰ ਸਿੱਖਾਂ ਨੇ, ਖਾਲਸੇ ਨੇ ਆਪ ਫਿਰ ਆਪਦੀ ਦੇਖ ਰੇਖ ਹੇਠ ਪੂਰਾ ਚੂਨਾ ਲਾ ਲਾ ਕੇ ਤੇ ਸੋਹਣਾ ਜਿਹੜਾ ਉਹ ਪਾਵਨ ਪਵਿੱਤਰ ਸਰੋਵਰ ਪੱਕਾ ਕਰਵਾਇਆ ਸੀ। ਤੋ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਭਵਿੱਖਤ ਬਚਨ ਕਹਿ ਦਿੱਤੇ ਸੀ ਵੀ ਇਹ ਆਪਦੀ ਜੜ ਪੱਟ ਲਈ ਇਹਨਾਂ ਨੇ। ਤੋ ਫਿਰ ਜਦੋਂ 10ਵੇਂ ਪਾਤਸ਼ਾਹ, ਇਹ 5ਵੇਂ ਪਾਤਸ਼ਾਹ ਵੇਲੇ ਐਂ ਕਰਨ ਲੱਗ ਗਏ ਸੀ ਮਸੰਦ, ਫਿਰ 6ਵੇਂ ਪਾਤਸ਼ਾਹ ਵੇਲੇ ਹੋਰ, 7ਵੇਂ ਵੇਲੇ ਹੋਰ, ਇਹ ਗਰਕਦੇ 10ਵੇਂ ਪਾਤਸ਼ਾਹ ਵੇਲੇ ਬਹੁਤ ਫਿਰ ਬੁਰੀ ਹਾਲਤ ਇਹਨਾਂ ਦੀ ਹੋ ਗਈ ਸੀ। ਸੰਗਤਾਂ ਦੇ ਘਰਾਂ ਵਿੱਚ ਉਗਰਾਹੀ ਕਰਨ ਜਾਂਦੇ ਸ਼ਰਾਬਾਂ ਪੀਣ ਲੱਗ ਗਏ ਸੀ। ਸੰਗਤਾਂ ਤੋਂ ਮੱਲੋ ਜੋਰੀ ਮਾਸ ਮੰਗਾ ਖਾਣਾ ਤੇ ਉੱਥੇ ਸਾਧ ਸੰਗਤ ਦੀ ਵਿਸ਼ੇ ਭੋਗਣੇ। ਸੰਗਤਾਂ ਤੋਂ ਜਬਰੀ ਲੱਤਾਂ ਮਾਰ ਕੇ ਗਰੀਬ ਸਿੱਖਾਂ ਨੂੰ ਇਹਨਾਂ ਨੇ ਮਾਇਆ ਲੈਣੀ ਸ਼ੁਰੂ ਕਰ ਦਿੱਤੀ, ਆਪਦੀ ਪੂਜਾ ਕਰਾਉਣ ਲੱਗੇ ਸੀ। ਕਿਉਂਕਿ 10ਵੇਂ ਪਾਤਸ਼ਾਹ ਜੀ 9 ਕੁ ਵਰ੍ਹਿਆਂ ਦੀ ਉਮਰ ਸੀ ਹਜ਼ੂਰ ਦੀ ਜਦੋਂ ਸੱਚੇ ਪਾਤਸ਼ਾਹ ਗੁਰਿਆਈ ਦੇ ਸਿੰਘਾਸਣ ਤੇ ਸਜੇ ਹੈ। ਤੇ ਫਿਰ ਹਾਰ ਕੇ ਜਦੋਂ ਮਾਰੇ ਸੱਚੇ ਸੰਗਤਾਂ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ, ਇਹਨਾਂ ਦੇ ਪਰਦੇ ਖੁੱਲੇ ਤੇ ਮਹਾਰਾਜ ਨੇ ਆਖਿਆ ਭਾਈ ਇਹ ਕੀ ਕਰਦੇ ਹੋ। ਤੇ ਫਿਰ ਕਹਿਣ ਲੱਗੇ ਸੀ ਚੇਤੋ ਮਸੰਦ ਵਰਗੇ ਮਹਾਰਾਜ ਸਾਰੀ ਵਾਗਡੋਰ ਸਾਡੇ ਹੱਥ 'ਚ, ਤੁਸੀਂ ਬੱਚੇ ਹੋ ਅਜੇ, ਤੁਹਾਨੂੰ ਨਹੀਂ ਪਤਾ ਗੁਰੂ ਘਰ ਦੇ ਕਾਰਜ ਕਿਵੇਂ ਚੱਲਦੇ ਆ। ਤੇ ਸੰਗਤਾਂ ਨੇ ਜੇ ਕੰਗਣ ਆਦਿਕ ਮਹਿੰਗਾ ਸੋਨਾ ਦੇਣਾ ਨਾਲ ਦੀ ਜੇਬ ਵਿੱਚ ਪਾ ਲੈਣਾ। ਜਦੋਂ ਫਿਰ ਮਹਾਰਾਜ ਨੂੰ ਪਤਾ ਲੱਗਿਆ, ਫਿਰ ਸੱਚੇ ਪਾਤਸ਼ਾਹ ਜੀਆਂ ਤੇਲ ਦਾ ਕੜਾਇਆ ਗਰਮ ਕਰਾਇਆ ਸੀ। ਜਿੰਨਾ ਕੋਈ ਗਰਕਿਆ ਹੁੰਦਾ ਸੀ ਨਾ, ਤੇ ਤੇਲ ਦੇ ਕੜਾਏ ਵਿੱਚ ਫਿਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਅੱਗੇ ਪ੍ਰਸੰਗ ਆਵੇਗਾ, ਫਿਰ ਮਸੰਦਾਂ ਨੂੰ ਮਹਾਰਾਜ ਨੇ ਤੇਲ ਦੇ ਕੜਾਏ 'ਚ ਤਲਿਆ ਸੀ। ਚੇਤੋ ਵਰਗਿਆਂ ਨੂੰ ਤੱਤਾ ਕਰਕੇ ਗੁੜ ਪਾਇਆ ਸੀ ਦੇ ਸਰੀਰ ਤੇ। ਇਸ ਤਰ੍ਹਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਨਾਸ਼ ਕੀਤਾ ਤੇ ਸੰਗਤਾਂ ਨੂੰ ਇਹ ਹੁਕਮ ਦਿੱਤਾ ਸੀ ਵੀ ਅੱਜ ਤੋਂ ਬਾਅਦ ਜਿੰਨੇ ਗੁਰੂ ਘਰ ਮਾਇਆ ਹਾਜ਼ਰ ਕਰਨੀ, ਸਿੱਧੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਘਰ ਮਾਇਆ ਆਵੇ, ਕੋਈ ਗਾਏ ਨੂੰ ਮਾਇਆ ਨਾ ਦੇਵੇ, ਮਸੰਦਾਂ ਦਾ ਭਰੋਸਾ ਨਹੀਂ ਕਰਨਾ ਮਹਾਰਾਜ ਕਹਿੰਦੇ। ਤੋ ਫਿਰ ਮਸੰਦ ਪ੍ਰਥਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਖਤਮ ਕਰ ਦਿੱਤੀ ਸੀ। ਨਹੀਂ ਤਾਂ ਸਾਧ ਸੰਗਤ ਜੀ ਇਹ ਮਸੰਦੀ ਸੰਗਤਾਂ ਤੋਂ ਨਗਰਾਂ ਚੋਂ ਗ੍ਰਾਹੀ ਕਰਕੇ ਲਿਆਉਂਦੇ ਸੀ। ਤੋ ਮਾੜਾ ਸਿਸਟਮ ਨਹੀਂ ਸੀ ਇਹ, ਪਰ ਕੁਝ ਜਿਹੜੇ ਹੁੰਦਾ ਨਾ ਕੋਈ ਚਲਾਈ ਹੋਈ ਲਹਿਰ, ਉਹ ਸਮਾਂ ਪਾ ਕਰਕੇ ਫਿਰ ਹੌਲੀ ਹੌਲੀ ਉਹਦੇ ਵਿੱਚ ਗਿਰਾਵਟ ਆਉਣ ਲੱਗ ਪੈਂਦੀ ਹੈ। ਤਾਂ ਜਦੋਂ ਸੱਚੇ ਪਾਤਸ਼ਾਹ ਜੀਆਂ ਥਾਪੇ ਸੀ ਚੰਗੇ ਗੁਰਸਿੱਖ ਸਨ। ਫਿਰ ਜਦੋਂ 9ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਦੇ ਸਮੇਂ ਇਹ ਫਿਰ ਹੌਲੀ ਹੌਲੀ ਆਪੋ ਬਾਹਰੇ ਹੋ ਗਏ ਸੀ। ਤੋ ਜਿਸ ਕਰਕੇ ਇਹਨਾਂ ਦੀ ਜੀਵਨ ਵਿੱਚ ਜਦੋਂ ਬਾਣੀ ਪੜ੍ਹਨੀ ਛੱਡ ਦਈਏ ਨਾ, ਤੋ ਫਿਰ ਸਾਧ ਸੰਗਤ ਦੀ ਹੌਲੀ ਹੌਲੀ ਗਿਰਾਵਟ ਆਉਂਦੀ ਫਿਰ ਪ੍ਰਾਣੀ ਗਰਕ ਜਾਂਦਾ। ਅੰਮ੍ਰਿਤ ਵੇਲਾ ਛੱਡਿਆ ਜਾਏ, ਬਾਣੀ ਪੜ੍ਹਨੀ ਛੱਡੀ ਜਾਏ। ਇਸ ਤਰ੍ਹਾਂ ਫਿਰ ਜਦੋਂ ਬਾਣੀ ਛੱਡ ਦਿੱਤੀ ਇਹਨਾਂ ਨੇ, ਅੰਮ੍ਰਿਤ ਵੇਲੇ ਸਾਂਭਣੇ ਛੱਡ ਦਿੱਤੇ, ਫਿਰ ਹੌਲੀ ਹੌਲੀ ਵਿਸ਼ੇ ਵਿਕਾਰ ਆਉਣ ਲੱਗ ਗਏ ਸੀ। ਤੋ ਉਹ ਮਹਾਰਾਜ ਨੇ ਫਿਰ ਬਚਨ ਭਵਿੱਖਤ ਕਹੇ ਹੈ ਵੀ ਸੰਗਤ ਜੀ ਫਿਕਰ ਨਾ ਕਰੋ, ਸਰੋਵਰ ਤਾਂ ਬਣ ਜਾਏਗਾ ਦੁਬਾਰਾ, ਪਰ ਇਹਨਾਂ ਦੀ ਜੜ ਨਹੀਂ ਲੱਗਣੀ ਦੁਬਾਰਾ। ਇਹ ਪਵਿੱਤਰ ਜਿਹੜੀ ਵੈ ਆਪਾਂ ਸ਼ਬਦ ਕਥਾ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਜਿਵੇਂ ਸੁਣੀ ਹੈ, ਕਵੀ ਜੀਆਂ ਸੁਣਾਈ ਹੈ, ਉਹ ਹਿਰਦੇ ਵਿੱਚ ਵਸੇ ਹੋਈਆਂ ਭੁੱਲਾਂ ਦੀ ਖਿਮਾ। ਅੱਗੇ ਸਾਧ ਸੰਗਤ ਜਿਹੜਾ ਹਰ ਕੀ ਪੌੜੀ ਵਾਲਾ ਸਥਾਨ ਹੈ, ਜਿੱਥੇ ਆਪਾਂ ਚੁਲਾ ਛਕਦੇ ਹਾਂ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ, ਇਹੋ ਜਿਹੇ ਸਥਾਨਾਂ ਦੀ ਸੇਵਾ ਹੋਈ ਤੇ ਪਰਮੇਸ਼ਰ ਨੇ ਆਪ ਸਾਧ ਸੰਗਤ ਜੀ ਇੱਥੇ ਟੋਕਰੀ ਢੋਈ, ਆਪ ਸੇਵਾ ਕੀਤੀ ਅਕਾਲ ਪੁਰਖ ਪਰਮੇਸ਼ਰ ਨੇ। ਤੋ ਉਹ ਪ੍ਰਸੰਗ ਅੱਗੇ ਆ ਰਿਹਾ, ਜਿਸ ਕਾ ਕਾਰਜ ਤਿਨਿ ਹੀ ਕੀਆ, ਆਪ ਹੀ ਪਰਮੇਸ਼ਰ ਕਾਰਜ ਕਰਨ ਵਾਸਤੇ ਆਏ। ਉਹ ਸਾਰਾ ਪ੍ਰਸੰਗ ਜਿਵੇਂ ਆਵੇਗਾ ਅੱਗੇ ਆਪਾਂ ਸ਼ਰਵਣ ਕਰਾਂਗੇ। ਇੱਥੇ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਗਰੀਬ ਨਵਾਜ ਆਪ ਦੇ ਦਰ ਹਾਜ਼ਰੀ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਣ ਹਾਰ ਇਨ ਤੇ ਕਰਵਾਵਹਿ, ਫਲ ਕੋ ਪਾਵਹਿ ਤਬ ਪਛਤਾਵਹਿ। ਦੇਹ ਭਾਵਨੀ ਕੋ ਫਲ ਤਾਲੋ, ਅਬ ਕਿਆ ਕਹਿਨ ਬਨੈ ਇਨ ਨਾਲੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਘਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਨਿਰਗੁਣ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਏ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਏ ਸੰਤਹਿ ਕੈ ਸਦਾ ਸੰਗ ਨਿਧਾਰਾ ਨਿਧਾਰ ਆਧਾਰ ਏ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖਾ ਹੀਐ ਪਰੋ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੁਣਹੁ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਰਹਿ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।